ਹਾਂਜੀ ਬੱਚਿਓ, ਅੱਜ ਆਪਾਂ ਲੈ ਕੇ ਆਏ ਹਾਂ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਵੈਸੇ ਆਪਣਾ ਚੌਥਾ ਚੈਪਟਰ ਚੱਲ ਰਿਹਾ ਦੂਜੀ ਕਿਤਾਬ ਦਾ, ਜਿਹਦਾ ਨਾਮ ਹੈ ਇੰਡੀਆਜ਼ ਐਕਸਟਰਨਲ ਰਿਲੇਸ਼ਨ। ਹਾਂਜੀ, ਭਾਰਤ ਦੇ ਵਿਦੇਸ਼ੀ ਸੰਬੰਧ ਹੈਗੇ। ਪਿਛਲੇ ਚੈਪਟਰ 'ਚ ਆਪਾਂ ਨੇਮ ਬਾਰੇ ਕਰਿਆ ਸੀਗਾ ਵੀ, ਤੇ ਵਿਦੇਸ਼ੀ ਸੰਬੰਧ ਕੀ ਹੁੰਦੇ ਆਪਾਂ ਇਹਨਾਂ ਬਾਰੇ ਵੀ ਕਰਿਆ ਸੀ, ਜਿਵੇਂ ਕਿ ਇੰਡੀਆ ਦੀ ਨੀਤੀ ਹਮੇਸ਼ਾ ਗੁੱਟ ਨਿਰਲੇਪਤਾ ਵਾਲੀ ਰਹੀ ਹੈ, ਇੰਡੀਆ ਨੀਤੀ ਅੱਤਵਾਦ ਵਿਰੋਧੀ ਰਹੀ ਹੈ, ਇੰਡੀਆ ਦੀ ਨੀਤੀ ਹਥਿਆਰਾਂ ਨੂੰ ਘੱਟ ਕਰਨ ਦੀ ਰਹੀ ਹੈ, ਇੰਡੀਆ ਦੀ ਨੀਤੀ ਗੁਆਂਢੀਆਂ ਨੂੰ ਪਹਿਲਾਂ ਵਰਤਣਾ, ਨੇਬਰ ਫਸਟ ਪਾਲਿਸੀ ਇਹ ਰਹੀ ਹੈ, ਇੰਡੀਆ ਦੀ ਲੁੱਕ ਈਸਟ ਪਾਲਿਸੀ ਰਹੀ ਹੈ। ਅਤੇ ਇਹਨਾਂ ਪਾਲਿਸੀ ਦੇ ਬਾਵਜੂਦ ਵੀ ਇੰਡੀਆ ਦੇ ਪਾਕਿਸਤਾਨ ਦੇ ਚਾਈਨਾ ਦੇ ਨਾਲ ਰਿਲੇਸ਼ਨ ਕਦੇ ਕਦੇ ਖਰਾਬ ਵੀ ਹੋਏ ਹੈਗੇ। ਤਾਂ ਪਿਛਲੇ ਚੈਪਟਰ 'ਚ ਆਪਾਂ ਨੈਮ ਬਾਰੇ ਕਰ ਲਿਆ ਸੀਗਾ, ਨੈਮ ਦੇ ਵਿੱਚ ਨਹਿਰੂ ਜੀ ਦਾ ਕੀ ਰੋਲ ਹੈ ਉਹਦੇ ਬਾਰੇ ਵੀ ਕਰ ਲਿਆ ਸੀਗਾ, ਨੈਮ ਦੇ ਓਬਜੈਕਟਿਵ ਕੀ ਆਪਾਂ ਇਹ ਵੀ ਕਰ ਲਿਆ ਸੀਗਾ। ਅਤੇ ਉਹਦੀ ਪਹਿਲੀ ਵੀਡੀਓ ਆਪਾਂ ਕਰ ਚੁੱਕੇ ਹਾਂ ਅਤੇ ਅੱਜ ਸੈਕਿੰਡ ਪਾਰਟ ਉਹਦਾ ਲੈ ਕੇ ਆਏ ਹਾਂ। ਅੱਜ ਸੈਕਿੰਡ ਪਾਰਟ ਦੇ ਵਿੱਚ ਆਪਾਂ ਕਰਾਂਗੇ ਪੀਸ ਐਂਡ ਕਨਫਲਿਕਟ ਵਿਦ ਚਾਈਨਾ ਨਾਲ ਕਰਾਂਗੇ। ਚਾਈਨਾ ਨਾਲ ਜਿਹੜੇ ਆਪਣਾ ਉਹਨਾਂ ਨੇ ਅਟੈਕ ਕਰਿਆ ਸੀ 1962 ਦੇ ਵਿੱਚ ਇੰਡੀਆ 'ਤੇ, ਉਹਦੇ ਬਾਰੇ ਕਰਾਂਗੇ। ਫਿਰ ਆਪਾਂ ਪਾਕਿਸਤਾਨ ਨਾਲ ਇੰਡੀਆ ਦੇ ਰਿਲੇਸ਼ਨ ਕਿੱਦਾਂ ਦੇ ਆ ਉਹਦੇ ਬਾਰੇ ਕਰਾਂਗੇ। ਫਿਰ ਨਿਊਕਲੀਅਰ ਪਾਲਿਸੀ ਇੰਡੀਆ ਦੀ ਕਿੱਦਾਂ ਦੀ ਹੈ ਆਪਾਂ ਉਹਦੇ ਬਾਰੇ ਕਰਾਂਗੇ, ਅਤੇ ਇਹਦੇ ਨਾਲ ਹੀ ਆਪਣਾ ਇਹ ਚੈਪਟਰ ਕੰਪਲੀਟ ਹੋ ਜਾਊਗਾ। ਹਾਂਜੀ, ਤਾਂ ਹੁਣ ਆਪਣਾ ਅੱਜ ਪਹਿਲਾ ਟੋਪਿਕ ਹੈਗਾ ਪੀਸ ਐਂਡ ਕਨਫਲਿਕਟ ਵਿਦ ਚਾਈਨਾ। ਤਾਂ ਚਾਈਨਾ ਦੇ ਨਾਲ ਆਪਣੀ ਸ਼ਾਂਤੀ ਅਤੇ ਵਿਵਾਦ ਕਦੋਂ ਕਦੋਂ ਪੈਦਾ ਹੋਏ ਹੈਗੇ। ਤਾਂ 1 ਮਿੰਟ ਪਹਿਲਾਂ ਆਪਾਂ ਨਕਸ਼ੇ 'ਤੇ ਸਮਝਦੇ ਹਾਂ ਵੀ ਇਹਨੂੰ, ਕਿ ਚਾਈਨਾ ਕਿੱਥੇ ਹੈਗਾ, ਫਿਰ ਆਪਾਂ ਅੱਗੇ ਸਮਝਾਂਗੇ। ਥੋੜ੍ਹਾ ਬੱਚੇ ਇੱਧਰ ਧਿਆਨ ਦਿਓ। ਬੱਚਿਓ ਆਹ ਹੈਗਾ ਆਪਣਾ ਇੰਡੀਆ, ਆਹ ਹੈਗਾ ਪਾਕਿਸਤਾਨ, ਆਹ ਹੈਗਾ ਅਫਗਾਨਿਸਤਾਨ, ਆਹ ਹੈਗਾ ਚਾਈਨਾ, ਆਹ ਹੈਗਾ ਬੰਗਲਾਦੇਸ਼, ਆਹ ਹੈਗਾ ਮਿਆਂਮਾਰ, ਆਹ ਹੈਗਾ ਸ਼੍ਰੀਲੰਕਾ। ਇਹ ਆਪਣੇ ਗੁਆਂਢੀ ਦੇਸ਼ ਹੈ। ਆਹ ਹੈਗਾ ਨੇਪਾਲ, ਆਹ ਹੈਗਾ ਭੂਟਾਨ। ਦੇਖੋ ਬੱਚਿਓ, ਇੱਥੇ ਚਾਈਨਾ ਗਾ ਵੀ, ਜਦੋਂ ਚਾਈਨਾ ਦੇ ਵਿੱਚ ਕਮਿਊਨਿਸਟ ਰੈਵੋਲੂਸ਼ਨ ਕੰਪਲੀਟ ਹੋਇਆ 1949 ਦੇ ਵਿੱਚ, ਤਾਂ ਕਮਿਊਨਿਸਟ ਪਾਰਟੀ ਨੇ PRC ਲੈ ਕੇ ਆਂਦਾ। PRC ਹੋਂਦ ਵਿੱਚ ਆਇਆ ਨਵਾਂ ਦੇਸ਼, ਜਿਹਦਾ ਨਾਂ ਸੀ ਪੀਪਲ ਰਿਪਬਲਿਕ ਆਫ ਚਾਈਨਾ। ਤਾਂ ਇੰਡੀਆ ਇੱਕ ਪਹਿਲਾ ਕੰਟਰੀ ਸੀਗਾ ਜਿਹਨੇ ਇਹਨੂੰ ਮਾਨਤਾ ਦਿੱਤੀ ਵੀ ਇਹ ਇੱਕ ਇੰਡੀਪੈਂਡੈਂਟ ਕੰਟਰੀ ਹੈਗਾ। ਹਾਂਜੀ, ਤਾਂ ਇੱਥੇ ਨਾ ਇੱਕ ਦੇਸ਼ ਹੋਇਆ ਕਰਦਾ ਸੀ, ਉਹਦਾ ਨਾਂ ਸੀਗਾ ਤਿੱਬਤ। ਇੱਥੇ ਇੱਕ ਅਲੱਗ ਤੋਂ ਦੇਸ਼ ਹੁੰਦਾ ਸੀ। ਇੰਡੀਆ ਜਿਹੜਾ ਟੱਚ ਹੁੰਦਾ ਸੀਗਾ ਉਹ ਤਿੱਬਤ ਨਾਲ ਹੁੰਦਾ ਸੀਗਾ। ਚਾਈਨਾ ਦੇ ਨਾਲ ਆਪਣਾ ਕੋਈ ਬਾਰਡਰ ਸ਼ੇਅਰ ਹੀ ਨਹੀਂ ਹੁੰਦਾ ਸੀਗਾ। ਬਟ 1950 ਦੇ ਵਿੱਚ ਆਪਣਾ ਏਰੀਆ ਵਧਾਉਣ ਦੇ ਇਰਾਦੇ ਦੇ ਨਾਲ ਚਾਈਨਾ ਇਨਵੇਡ ਕਰ ਦਿੰਦਾ ਗਾ, ਚਾਈਨਾ ਅਟੈਕ ਕਰ ਦਿੰਦਾ ਗਾ ਤਿੱਬਤ ਦੇ ਉੱਤੇ। ਤਿੱਬਤ 'ਤੇ ਹਮਲਾ ਕਰ ਦਿੰਦਾ ਇੰਡੀਆ। ਹਾਂਜੀ, ਜਦੋਂ ਤਿੱਬਤ 'ਤੇ ਹਮਲਾ ਕਰ ਦਿੰਦਾ, ਬਹੁਤ ਸਾਰੇ ਤਿੱਬਤੀ ਆ ਜਿਹੜੇ ਉਹ ਇੰਡੀਆ ਵੱਲ ਆਉਣੇ ਸ਼ੁਰੂ ਹੋ ਜਾਂਦੇ ਆ, ਇੰਡੀਆ ਵੱਲ ਮਾਈਗਰੇਟ ਹੋਣੇ ਸ਼ੁਰੂ ਹੋ ਜਾਂਦੇ ਹੈਗੇ। ਫਿਰ ਚਾਈਨਾ ਨੂੰ ਇਹ ਖਤਰਾ ਪੈਦਾ ਹੋ ਜਾਂਦਾ ਹੈ ਕਿ ਇਹ ਤਿੱਬਤੀ ਕਿਤੇ ਇੰਡੀਆ ਦੀ ਸਹਾਇਤਾ ਨਾ ਲੈ ਲੈਣ। ਇਸ ਕਰਕੇ ਉਹਨਾਂ ਨੇ 1954 ਦੇ ਵਿੱਚ ਇੰਡੀਆ ਦੇ ਨਾਲ ਇੱਕ ਪੀਸ ਐਗਰੀਮੈਂਟ ਸਾਈਨ ਕਰ ਲਿਆ, ਜਿਹਨੂੰ ਬੋਲਿਆ ਜਾਂਦਾ ਹੈ ਪੰਚਸ਼ੀਲ। ਉਹਦੇ ਵਿੱਚ 5 ਸਿਧਾਂਤ ਸੀਗੇ ਵੀ ਆਪਾਂ ਇੱਕ ਦੂਜੇ 'ਤੇ ਹਮਲਾ ਨਹੀਂ ਕਰਾਂਗੇ, ਇੱਕ ਦੂਜੇ ਦੀ ਸੋਵਰਨਿਟੀ ਦੀ ਕਦਰ ਕਰਾਂਗੇ, ਵਪਾਰ ਵਧਾਵਾਂਗੇ, ਇੱਕ ਦੂਜੇ 'ਚ ਦੇਸ਼ 'ਚ ਦਖਲਅੰਦਾਜ਼ੀ ਨਹੀਂ ਕਰਾਂਗੇ। ਇਸ ਤਰ੍ਹਾਂ ਦੀਆਂ 5 ਗੱਲਾਂ ਸੀਗੀਆਂ ਉਹ, ਉਹਨੂੰ ਪੰਚਸ਼ੀਲ ਐਗਰੀਮੈਂਟ ਕਿਹਾ ਜਾਂਦਾ। 1954 'ਚ ਸਾਈਨ ਹੋਇਆ ਸੀਗਾ ਉਹ ਨਹਿਰੂ ਜੀ ਅਤੇ ਚਾਓ ਮਿਨ ਲਾਈ ਦੇ ਵਿੱਚ ਸਾਈਨ ਹੋਇਆ ਸੀ। ਹਾਂਜੀ, ਬਟ 1959 ਦੇ ਵਿੱਚ ਇਹਨਾਂ ਦਾ ਦਲਾਈ ਲਾਮਾ, ਇਹਨਾਂ ਦਾ ਇੱਕ ਰਿਲੀਜੀਅਸ ਲੀਡਰ ਹੁੰਦਾ ਗਾ ਤਿੱਬਤ ਦੇ ਵਿੱਚ, ਉਹਦਾ ਨਾਂ ਸੀ ਦਲਾਈ ਲਾਮਾ। ਦਲਾਈ ਲਾਮਾ ਐਕਚੁਅਲੀ ਇੱਕ ਪਦਵੀ ਹੈਗੀ। ਤਾਂ ਉਹ ਦਲਾਈ ਲਾਮਾ ਵੀ ਉੱਠ ਕੇ ਇੰਡੀਆ 'ਚ ਆ ਜਾਂਦਾ ਹੈਗਾ। ਤਾਂ ਇੰਡੀਆ ਉਹਨੂੰ ਪੋਲੀਟੀਕਲ ਸ਼ਰਨ ਦੇ ਦਿੰਦਾ, ਵੀ ਪੋਲੀਟੀਕਲ ਅਸਾਈਲਮ ਦੇ ਦਿੰਦਾ ਗਾ ਇੰਡੀਆ। ਤਾਂ ਨਹਿਰੂ ਜੀ ਉਹਨੂੰ ਇੰਡੀਆ 'ਚ ਬਿਠਾ ਲੈਂਦੇ ਹੈਗੇ, ਅਤੇ ਉਹ ਇੰਡੀਆ 'ਚ ਧਰਮਸ਼ਾਲਾ 'ਚ ਬੈਠ ਜਾਂਦੇ ਹੈਗੇ। ਤਾਂ ਫਿਰ ਚਾਈਨਾ ਪ੍ਰੋਟੈਸਟ ਜਤਾਉਂਦਾ ਇਹਦੇ 'ਤੇ ਕਿ ਇੰਡੀਆ ਨੇ ਪੰਜਸ਼ੀਲ ਐਗਰੀਮੈਂਟ ਬ੍ਰੇਕ ਕਰਤਾ। ਇੱਕ ਤਾਂ ਉਹਨਾਂ ਨੇ ਇਹ ਦੋਸ਼ ਲਾਇਆ। ਹਾਂਜੀ, ਇੱਕ ਅਕਸਾਈ ਚਿਨ ਦਾ ਖੇਤਰ ਆ, ਲਦਾਖ ਦੇ ਵਿੱਚ ਹੈਗਾ ਅਕਸਾਈ ਚਿਨ ਦਾ ਖੇਤਰ, ਇਹਨੂੰ ਚਾਈਨਾ ਆਪਦਾ ਮੰਨਦਾ ਗਾ। ਇੱਕ ਇੱਥੇ ਅਰੁਣਾਚਲ ਪ੍ਰਦੇਸ਼ ਸਟੇਟ ਹੈ ਇੰਡੀਆ ਦੀ ਨੌਰਥ ਈਸਟ ਦੇ ਵਿੱਚ, ਇਹਨੂੰ ਵੀ ਚਾਈਨਾ ਆਪਦਾ ਮੰਨਦਾ ਗਾ। ਤਾਂ ਦੋ ਤਾਂ ਆਪਣੇ ਬਾਰਡਰ ਡਿਸਪਿਊਟ ਚੱਲਦੇ ਸੀਗੇ, ਇੱਕ ਦਲਾਈ ਲਾਮਾ ਵਾਲਾ ਇਸ਼ੂ ਹੋ ਗਿਆ ਤਿੱਬਤ ਵਾਲਾ। ਇਹ ਤਿੰਨੇ ਡਿਸਪਿਊਟ ਇਕੱਠੇ ਹੋ ਗਏ। ਹਾਂਜੀ, ਤਾਂ ਇਸ ਤੋਂ ਬਾਅਦ ਨਾ ਇਹ 1962 ਦੇ ਕਰੀਬ ਇੱਥੇ ਇੱਕ ਰੋਡ ਬਣਾ ਰਿਹਾ ਸੀ, ਸਟ੍ਰੈਟਜਿਕ ਰੋਡ ਅਕਸਾਈ ਚਿਨ ਆਪਣੇ ਵਾਲੇ ਖੇਤਰ ਦੇ ਵਿੱਚ ਰੋਡ ਬਣਾ ਰਿਹਾ ਸੀਗਾ। ਇੱਥੇ ਇੱਕ ਛੋਟੀ ਜਿਹੀ ਝੜਪ ਹੋਊਗੀ, ਉਹ ਝੜਪ ਦੇ ਨਾਲ ਕੀ ਹੈ ਇੱਕ ਵਾਰ ਹੋ ਜਾਊਗਾ ਆਪਣਾ ਇੰਡੀਆ ਅਤੇ ਚਾਈਨਾ ਦਾ 1962 ਦੇ ਵਿੱਚ। ਤਾਂ 1962 ਦੇ ਵਿੱਚ ਇੰਡੀਆ ਅਤੇ ਚਾਈਨਾ ਦਾ ਵਾਰ ਹੋਊਗਾ ਅਤੇ ਇੰਡੀਆ ਇਹ ਵਾਰ ਹਾਰ ਜਾਊਗਾ। ਆਪਾਂ ਕਿਉਂ ਹਾਰ ਗਏ? ਕਿਉਂਕਿ ਆਪਣੀ ਮਿਲਟਰੀ ਜਿਹੜੀ ਉਹ ਮਾਡਰਨ ਨਹੀਂ ਸੀ, ਅਤੇ ਇਹ ਬਹੁਤ ਉਚਾਈ 'ਤੇ ਹਿਮਾਲਿਆ ਦੇ ਪਹਾੜ, ਇੱਥੋਂ ਤੱਕ ਖਾਣਾ ਪਹੁੰਚਾਉਣਾ, ਹਥਿਆਰ ਪਹੁੰਚਾਉਣੇ,
ਆਰਮੀ ਦੀ ਮੂਵਮੈਂਟ ਕਰਾਉਣੀ ਇਹ ਬਹੁਤ ਮੁਸ਼ਕਿਲ ਸੀਗੀ। ਆਪਾਂ ਇਸ ਕਰਕੇ ਹਾਰੇ ਕਿਉਂਕਿ ਆਪਾਂ ਸਮਾਨ ਉੱਥੋਂ ਤੱਕ ਨਹੀਂ ਪਹੁੰਚਾ ਸਕੇ। ਆਪਾਂ ਇਸ ਕਰਕੇ ਨਹੀਂ ਹਾਰੇ ਕਿ ਆਪਣਾ ਹੌਸਲਾ ਟੁੱਟ ਗਿਆ ਸੀ ਜਾਂ ਆਪਾਂ ਕਮਜ਼ੋਰ ਸੀਗੇ। ਠੀਕ ਹੈ ਜੀ। ਤਾਂ ਇਹ ਆਪਾਂ ਕਰ ਦਿਆਂਗੇ ਇੰਡੀਆ ਚਾਈਨਾ ਰਿਲੇਸ਼ਨ ਦੇ ਵਿੱਚ। ਹਾਂਜੀ। ਹਾਂਜੀ ਬੱਚਿਓ, ਆਲਰੇਡੀ ਮੈਂ ਸਾਰਾ ਕੁਛ ਸਮਝਾ ਚੁੱਕਿਆ ਤੁਹਾਨੂੰ। ਚਲੋ, ਜਿਵੇਂ ਪਹਿਲਾ ਪੁਆਇੰਟ ਹੈ ਵੀ ਪੀਸ ਐਂਡ ਕਨਫਲਿਕਟ ਵਿਦ ਚਾਈਨਾ। ਪਹਿਲਾ ਪੁਆਇੰਟ ਹੈ, ਆਫਟਰ ਦਾ ਚਾਈਨੀਜ਼ ਰੈਵੋਲੂਸ਼ਨ ਇਨ 1949 ਇੰਡੀਆ ਵਾਜ਼ ਵਨ ਆਫ ਦਾ ਫਸਟ ਕੰਟਰੀ ਦਾ ਰਿਕਗਨਾਈਜ਼ ਦਾ ਕਮਿਊਨਿਸਟ ਗਵਰਨਮੈਂਟ। ਕਿ ਚਾਈਨਾ ਦੇ ਰੈਵੋਲੂਸ਼ਨ ਤੋਂ ਬਾਅਦ 1949 ਵਾਲੇ ਰੈਵੋਲੂਸ਼ਨ ਤੋਂ ਬਾਅਦ ਭਾਰਤ ਇੱਕ ਪਹਿਲਾ ਇਹੋ ਜਿਹਾ ਦੇਸ਼ ਸੀ ਜਿਸ ਨੇ ਚਾਈਨਾ ਨੂੰ ਇੱਕ ਆਜ਼ਾਦ ਦੇਸ਼ ਵਜੋਂ ਮਾਨਤਾ ਦਿੱਤੀ। ਹਾਂਜੀ, ਅੱਗੇ ਵਧਦੇ ਹਾਂ। ਸੈਕੰਡ ਪੁਆਇੰਟ ਵਿੱਚੋਂ the joint enunciation of Panchsheel, the five principles of peaceful coexistence by the Indian PM and Chinese Premier Zhou Enlai on 29 ਅਪ੍ਰੈਲ 1954। ਤਾਂ ਮੈਂ ਇਹ ਵੀ ਸਮਝਾ ਚੁੱਕਿਆ ਕਿ ਇਹਨਾਂ ਦੋਹਾਂ ਨੇ, ਇੰਡੀਆ ਅਤੇ ਚਾਈਨਾ ਨੇ, ਇੱਕ ਪੰਚਸ਼ੀਲ ਐਗਰੀਮੈਂਟ ਸਾਈਨ ਕੀਤਾ ਜਿਹਦੇ ਵਿੱਚ 5 ਪ੍ਰਿੰਸੀਪਲ ਸੀਗੇ ਸਹਿ ਹੋਂਦ ਵਾਲੇ। ਅਤੇ ਇਹ ਇੰਡੀਆ ਦੇ PM ਨੇ ਅਤੇ ਚਾਈਨਾ ਦੇ ਪ੍ਰੀਮੀਅਰ ਜਾਓ ਐਨ ਲਾਈ ਦੇ ਵਿਚਕਾਰ 29 ਅਪ੍ਰੈਲ 1954 ਨੂੰ ਸਾਈਨ ਹੋਇਆ। ਅੱਗੇ ਇਹਦੇ ਵਿੱਚ ਜਿਹੜੇ 5 ਪ੍ਰਿੰਸੀਪਲ ਨੇ ਉਹ ਆਹ ਵਾਲੇ ਨੇ: ਮਿਊਚੁਅਲ ਬੈਨੀਫਿਟ ਐਂਡ ਇਕੁਐਲਿਟੀ, ਮਿਊਚੁਅਲ ਨੋਨ ਅਦਰ ਇੰਟਰਨਲ ਅਫੇਅਰਸ, ਟੂ ਮੇਨਟੇਨ ਇੰਟਰਨੈਸ਼ਨਲ ਪੀਸ ਐਂਡ ਅੰਡਰਸਟੈਂਡਿੰਗ। ਹਾਂਜੀ, ਇਹ ਮਿਊਚੁਅਲ ਨੋਨ ਅਗਰੈਸ਼ਨ ਵੀ ਆਉਂਦਾ ਇਹਦੇ ਵਿੱਚ। ਹਾਂਜੀ, ਤਾਂ ਇਹ ਇੰਡੀਆ ਅਤੇ ਚਾਈਨਾ ਦੇ ਵਿੱਚ ਐਗਰੀਮੈਂਟ ਸਾਈਨ ਹੋਇਆ। ਇਸ ਤੋਂ ਬਾਅਦ ਚਾਈਨਾ ਇਨਵੇਡ ਕਰੂਗਾ ਇੰਡੀਆ ਨੂੰ। ਅੱਗੇ ਹੈਗਾ ਦਾ ਚਾਈਨੀਜ਼ ਇਨਵੇਜਨ 1962। ਹਾਂਜੀ, ਜਿਵੇਂ ਇਹਦੇ 'ਚ ਪਹਿਲਾ ਪੁਆਇੰਟ ਹੈਗਾ ਚਾਈਨਾ ਅਨੈਕਸਡ ਤਿੱਬਤ ਇਨ 1950 ਐਂਡ ਦਾ ਰਿਮੂਵਡ ਏ ਬਫਰ ਬਿਟਵੀਨ ਟੂ ਕੰਟਰੀਜ਼। ਦੇਖੋ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬੱਚੋ ਕਿ ਜਿਹੜਾ ਤਿੱਬਤ ਸੀਗਾ ਉਹ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਇੱਕ ਬਫਰ ਦਾ ਕੰਮ ਕਰਦਾ ਸੀ। ਐਕਚੁਅਲੀ ਇਹਦੇ ਵਿੱਚ ਚਾਈਨਾ ਦਾ ਬਾਰਡਰ ਇੰਡੀਆ ਨਾਲ ਟੱਚ ਹੁੰਦਾ ਹੀ ਨਹੀਂ ਸੀ। ਤਾਂ ਤਿੱਬਤ ਬਹੁਤ ਸਾਲਾਂ ਤੋਂ ਇੱਕ ਵਿਚਾਲੇ ਦੇਸ਼ ਸੀਗਾ, ਪਰ ਆਪਦਾ ਏਰੀਆ ਵਧਾਉਣ ਦੇ ਇਰਾਦੇ ਦੇ ਨਾਲ ਉਹਨਾਂ ਦੇ ਪਹਿਲੇ ਜਿਹੜੇ ਪ੍ਰੀਮੀਅਰ ਸੀਗੇ ਮਾਓ ਜਦੋਂਗ, ਉਹ ਚਾਈਨਾ ਨੂੰ ਇੱਕ ਗ੍ਰੇਟਰ ਚਾਈਨਾ ਬਣਾਉਣਾ ਚਾਹੁੰਦੇ ਸੀਗੇ ਅਤੇ ਉਹਨਾਂ ਨੇ ਇਸ ਇਰਾਦੇ ਨਾਲ ਤਿੱਬਤ 'ਤੇ ਪਹਿਲਾਂ ਹਮਲਾ ਕੀਤਾ 1950 ਦੇ ਵਿੱਚ। ਤੁਹਾਨੂੰ ਛੋਟਾ ਸਵਾਲ ਆਖਦਾ ਵੀ ਤਿੱਬਤ 'ਤੇ ਚਾਈਨਾ ਨੇ ਹਮਲਾ ਕਦੋਂ ਕੀਤਾ? 1950 'ਚ ਕੀਤਾ ਗਾ, ਅਤੇ ਉਹਨੂੰ ਅਨੈਕਸ ਵੀ ਕਰ ਲਿਆ, ਮਿਲਾ ਵੀ ਲਿਆ ਆਪਦੇ ਦੇਸ਼ 'ਚ। ਇੰਡੀਆ ਗੇਵ ਸ਼ੈਲਟਰ ਟੂ ਦਲਾਈ ਲਾਮਾ ਐਂਡ ਚਾਈਨਾ ਪ੍ਰੋਟੈਸਟਡ ਇਟ ਐਂਡ ਚਾਈਨਾ ਟੋਲਡ ਇੰਡੀਆ ਬਰੋਕ ਪੰਚਸ਼ੀਲ ਐਗਰੀਮੈਂਟ। ਉਹ ਮੈਂ ਤੁਹਾਨੂੰ ਸਾਰਾ ਦੱਸਤਾ ਸੀਗਾ ਵੀ 1954 ਦੇ ਵਿੱਚ ਇਹਨਾਂ ਨੇ ਪੰਚਸ਼ੀਲ ਐਗਰੀਮੈਂਟ ਸਾਈਨ ਕੀਤਾ ਸੀਗਾ। ਬਟ 1959 ਦੇ ਵਿੱਚ ਦਲਾਈ ਲਾਮਾ ਇੰਡੀਆ ਵੱਲ ਆ ਗਏ। ਜਦੋਂ ਇੰਡੀਆ ਨੇ ਉਹਨਾਂ ਨੂੰ ਪੋਲੀਟੀਕਲ ਸ਼ਰਨ ਦੇ ਤੀ ਤਾਂ ਦਲਾਈ ਲਾਮਾ ਨੂੰ ਸ਼ਰਨ ਦੇ ਤੀ, ਤਾਂ ਚਾਈਨਾ ਨੇ ਇਹ 'ਤੇ ਵਿਰੋਧ ਜਤਾਇਆ ਕਿ ਉਹਨਾਂ ਨੇ ਪੰਚਸ਼ੀਲ ਐਗਰੀਮੈਂਟ ਬ੍ਰੇਕ ਕਰਤਾ, ਇੰਡੀਆ ਨੇ ਬ੍ਰੇਕ ਕਰਤਾ। ਹਾਂਜੀ, ਅੱਗੇ ਚਾਈਨਾ ਕਲੇਮਡ ਟੂ ਏਰੀਆਜ਼ ਵਿਦਿਨ ਦਾ ਇੰਡੀਅਨ ਟੈਰੀਟਰੀ, ਅਕਸਾਈਚਿਨ ਏਰੀਆ ਇਨ ਦਾ ਲਦਾਖ ਰੀਜਨ of J&K and much of the state of the ਅਰੁਣਾਚਲ in ਨੈਪਾਲ। ਦੇਖੋ, ਇੰਡੀਆ ਦੇ ਇਸ ਤੋਂ ਇਲਾਵਾ ਚਾਈਨਾ ਦੇ ਨਾਲ ਵੀ ਬਾਰਡਰ ਡਿਸਪਿਊਟ ਵੀ ਸੀਗੇ, ਕੁਝ ਟੈਰੀਟਰੀ, ਕੁਝ ਖੇਤਰ ਨੂੰ ਲੈ ਕੇ ਵੀ ਵਿਵਾਦ ਸੀਗੇ, ਜਿਵੇਂ ਕਿ ਅਕਸਾਈਚਿਨ ਖੇਤਰ ਜਿਹੜਾ ਲਦਾਖ ਦੇ ਵਿੱਚ ਹੈ ਉਹਨੂੰ ਲੈ ਕੇ ਵਿਵਾਦ ਹੈਗਾ। ਇਸ ਤੋਂ ਇਲਾਵਾ ਅਰੁਣਾਚਲ ਪ੍ਰਦੇਸ਼ ਨੂੰ ਲੈ ਕੇ ਵਿਵਾਦ ਹੈਗਾ। ਅਰੁਣਾਚਲ ਪ੍ਰਦੇਸ਼ ਨੂੰ ਨੌਰਥ ਈਸਟ ਫਰੰਟੀਅਰ ਏਰੀਆ ਵੀ ਬੋਲਿਆ ਜਾਂਦਾ, ਵੀ ਨੈਫਾ ਬੋਲ ਦਿੰਦੇ ਆ ਉਹਨੂੰ। ਹਾਂਜੀ, ਇਹਨਾਂ ਖੇਤਰਾਂ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀਗਾ ਇੰਡੀਆ ਅਤੇ ਚਾਈਨਾ ਵਿਚਕਾਰ। ਹਾਂਜੀ, ਅੱਗੇ ਹੈ ਵੀ ਬੈਟਵੀਨ 1957 ਐਂਡ 1959 ਦਾ ਚਾਈਨੀਜ਼ ਆਕੂਪਾਈਡ ਦਾ ਅਕਸਾਈਚਿਨ ਏਰੀਆ ਐਂਡ ਬਿਲਟ ਏ ਸਟ੍ਰੈਟਜਿਕ ਰੋਡ ਦੇਅਰ। ਤਾਂ 1957 ਤੋਂ 59 ਦੇ ਦੌਰਾਨ ਚਾਈਨਾ ਨੇ ਆਕੂਪਾਈ ਕਰਨਾ ਸ਼ੁਰੂ ਕਰਤਾ ਅਕਸਾਈਚਿਨ ਦਾ ਖੇਤਰ ਲਦਾਖ ਦੇ ਵਿੱਚ, ਅਤੇ ਉਹਨਾਂ ਨੇ ਇੱਕ ਸਟ੍ਰੈਟਜਿਕ ਰੋਡ ਵੀ ਬਣਾਉਣਾ ਸ਼ੁਰੂ ਕਰਤਾ ਅਕਸਾਈਚਿਨ ਖੇਤਰ ਦੇ ਵਿੱਚ। ਅੱਗੇ ਹੈ ਵੀ ਵਾਈਲ ਦਾ ਇੰਟਰਨੈਸ਼ਨਲ ਵਰਲਡ ਅਟੈਂਸ਼ਨ ਵਾਜ ਔਨ ਦਾ ਕਿਊਬਨ ਮਿਜ਼ਾਈਲ ਕ੍ਰਾਈਸਿਸ, ਚਾਈਨਾ ਫਾਊਂਡਡ ਏ ਮਿਜ਼ਾਈਲ ਇਨਵੇਜਨ ਇਨ ਅਕਤੂਬਰ 1962 ਲਾਂਚ ਡੇ। ਦੇਖੋ ਵੀ ਜਦੋਂ ਦੁਨੀਆ ਕਿਊਬਾ ਮਿਜ਼ਾਈਲ ਕ੍ਰਾਈਸਿਸ ਦੇ ਵਿੱਚ ਉਲਝੀ ਹੋਈ ਸੀਗੀ, ਜਿਹੜਾ ਕਿਊਬਾ ਮਿਜ਼ਾਈਲ ਕ੍ਰਾਈਸਿਸ ਹੈ 1962 ਦੇ ਵਿੱਚ ਹੋਇਆ, 1962-63 ਦੇ ਵਿੱਚ ਹੋਇਆ। ਕਿਊਬਾ ਇੱਕ ਜਿਹੜਾ ਹੈਗਾ ਗਾ ਉਹ ਕਮਿਊਨਿਸਟ ਕੰਟਰੀ ਸੀਗਾ, ਜਿਹੜਾ USA ਦਾ ਨੇਬਰ ਦੇ ਵਿੱਚ ਹੈਗਾ। ਤਾਂ ਉਹਨਾਂ ਨੇ ਕਿਊਬਾ ਦੇ ਵਿੱਚ ਮਿਜ਼ਾਈਲਾਂ ਖੜ੍ਹੀਆਂ ਕਰਤੀਆਂ ਸੀ USA ਦੇ ਸ਼ਹਿਰਾਂ ਨੂੰ ਟਾਰਗੇਟ ਕਰਕੇ। ਵੈਸੇ ਬਾਅਦ ਦੇ ਵਿੱਚ ਉਹ ਗੱਲਬਾਤ ਵੀ ਹੋ ਗਈ ਸੀਗੀ, ਫਿਰ ਹੀ ਉਹ ਜਿਹੜਾ ਕ੍ਰਾਈਸਿਸ ਆ ਉਹ ਟਲਿਆ ਸੀਗਾ। ਤਾਂ ਜਦੋਂ ਦੁਨੀਆ ਦਾ ਧਿਆਨ USSR ਅਤੇ USA ਵੱਲ ਸੀਗਾ ਕਿ ਹੁਣ ਇੱਕ ਥਰਡ ਵਰਲਡ ਵਾਰ ਹੋਣ ਵਾਲਾ ਗਾ, ਤਾਂ ਉਦੋਂ ਇੰਡੀਆ ਨੇ ਸੋਚਿਆ ਵੀ ਹੁਣ ਇੰਡੀਆ ਕਿਸੇ ਤੋਂ ਸਹਾਇਤਾ ਨਹੀਂ ਲੈ ਸਕਦਾ, ਤਾਂ ਆਪਾਂ ਇਹਦੇ 'ਤੇ ਬਹੁਤ ਵੱਡਾ ਆਰਮਡ ਅਟੈਕ ਲਾਂਚ ਕਰ ਦਿੰਦੇ ਹਾਂ।
ਤਾਂ ਇੱਦਾਂ ਹੀ ਕੀਤਾ ਇਹਨਾਂ ਨੇ। ਤਾਂ ਚਾਈਨਾ ਨੇ ਆਪਣੇ 'ਤੇ ਇੱਕ ਆਰਮਡ ਅਟੈਕ ਲਾਂਚ ਕਰਤਾ ਅਕਤੂਬਰ 1962 ਦੇ ਵਿੱਚ। ਹਾਂਜੀ। ਇੰਡੀਆ ਕੁਡ ਨਾਟ ਟੇਕ ਹੈਲਪ ਫਰੋਮ USA ਐਂਡ USSR ਡਿਊ ਟੂ ਦਾ ਮਿਜ਼ਾਈਲ ਕ੍ਰਾਈਸਿਸ। ਤਾਂ ਇੰਡੀਆ ਕਿਸੇ ਤੋਂ ਸਹਾਇਤਾ ਨਹੀਂ ਲੈ ਸਕਿਆ, ਨਾ USA ਤੋਂ, ਨਾ USSR ਤੋਂ, ਕਿਉਂਕਿ ਮਿਜ਼ਾਈਲ ਕ੍ਰਾਈਸਿਸ ਚੱਲ ਰਿਹਾ ਸੀਗਾ। ਚਾਈਨਾ ਡਿਫੀਟਡ ਇੰਡੀਆ ਇਨ ਵਾਰ। ਚਾਈਨਾ ਨੇ ਇੰਡੀਆ ਨੂੰ ਵਾਰ ਦੇ ਵਿੱਚ ਹਰਾ ਦਿੱਤਾ। ਨਹਿਰੂ ਵਾਜ ਕ੍ਰਿਟੀਸਾਈਡ ਐਂਡ ਫॉर ਦ ਫਸਟ ਟਾਈਮ ਏ ਨੋ ਕੌਨਫੀਡੈਂਸ ਮੋਸ਼ਨ ਅਗੇਂਸਟ ਹਿਜ ਗਵਰਨਮੈਂਟ ਵਾਜ ਮੂਵਡ ਐਂਡ ਡਿਬੇਟਡ ਇਨ ਦਾ ਲੋਕ ਸਭਾ। ਤਾਂ ਨਹਿਰੂ ਦੀ ਬਹੁਤ ਜ਼ਿਆਦਾ ਨਿੰਦਿਆ ਕੀਤੀ ਗਈ ਵੀ ਪਹਿਲੀ ਵਾਰ ਲੋਕ ਸਭਾ ਦੇ ਵਿੱਚ ਨਹਿਰੂ ਗੌਰਮੈਂਟ ਦੇ ਖਿਲਾਫ ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ ਸਰਕਾਰ ਨੂੰ ਹਟਾਉਣ ਵਾਸਤੇ। ਨੋ ਕੌਨਫੀਡੈਂਸ ਮੋਸ਼ਨ ਲਿਆਂਦਾ ਗਿਆ, ਬਟ ਉਹ ਪਾਸ ਨਹੀਂ ਹੋ ਸਕਿਆ ਸੀਗਾ। ਹਾਂਜੀ, ਇਸ ਤੋਂ ਬਾਅਦ ਦ ਸੀਨੋ ਇੰਡੀਆ ਕਨਫਲਿਕਟ ਅਫੈਕਟਡ ਦਾ ਪੋਲੀਟੀਕਲ ਪਾਰਟੀ ਆਲਸੋ। ਇਹ ਜਿਹੜਾ ਸੀਨੋ ਬੋਲਿਆ ਜਾਂਦਾ ਵੀ ਚਾਈਨਾ ਨੂੰ, ਤਾਂ ਚਾਈਨਾ ਅਤੇ ਇੰਡੀਆ ਦਾ ਵਿਵਾਦ ਆ ਜਿਹੜਾ ਉਹਨੇ ਪੋਲੀਟੀਕਲ ਪਾਰਟੀਆਂ ਨੂੰ ਵੀ ਪ੍ਰਭਾਵਿਤ ਕੀਤਾ ਭਾਰਤ ਦੇ ਵਿੱਚ। ਦੇਖੋ ਬੱਚਿਓ, ਜਿਹੜਾ ਚਾਈਨਾ ਹੈਗਾ ਉਹਦੇ ਵਿੱਚ ਹੈਗੀ ਹੈ ਕਮਿਊਨਿਸਟ ਪਾਰਟੀ, ਅਤੇ ਕਮਿਊਨਿਸਟ ਪਾਰਟੀਆਂ ਇੰਡੀਆ ਦੇ ਵਿੱਚ ਵੀ ਹੈਗੀਆਂ ਨੇ, ਜਿਵੇਂ ਕਿ CPI ਹੈ, ਕਮਿਊਨਿਸਟ ਪਾਰਟੀ ਆਫ ਇੰਡੀਆ, CPI-ML ਹੈ, CPI-M ਹੈ, ਇਸ ਤਰ੍ਹਾਂ। ਉਹ ਕੀ ਨੇਗੇ, ਉਹ ਚਾਈਨਾ ਦੀ ਵਿਚਾਰਧਾਰਾ ਨੂੰ ਫੋਲੋ ਕਰਦੇ ਹੈਗੇ। ਤਾਂ ਇੰਡੀਆ ਦੇ ਜਿਹੜੀਆਂ ਐਂਟੀ ਪਾਰਟੀਆਂ ਸੀ, ਜਾਂ ਕਹਿ ਲਓ ਵੀ ਜਿਹੜੀ ਰੂਰਲ ਪਾਰਟੀ ਸੀਗੀ, ਰੂਲਰ ਪਾਰਟੀ, ਤਾਂ ਉਹਨਾਂ ਨੇ ਕਮਿਊਨਿਸਟ ਲੀਡਰਾਂ ਦੇ ਖਿਲਾਫ ਵੀ ਕਾਰਵਾਈ ਕਰਵਾਈ। ਹਾਂਜੀ। ਮੈਨੀ ਲੀਡਰਸ ਆਫ ਵਟ ਬਿਕੇਮ CPI ਜਾਂ CMI ਵਰ ਅਰੈਸਟਡ ਫਾਰ ਬੀਇੰਗ ਪ੍ਰੋ ਚਾਈਨਾ। ਤਾਂ ਬਹੁਤ ਸਾਰੇ ਲੀਡਰ ਹੈ ਜਿਹੜੇ CPI ਪਾਰਟੀਆਂ ਦੇ, ਉਹਨਾਂ ਨੂੰ ਇੰਡੀਆ ਦੇ ਵਿੱਚ ਅਰੈਸਟ ਕਰ ਲਿਆ ਕਿਉਂਕਿ ਉਹ ਪ੍ਰੋ ਚਾਈਨਾ ਸੀਗੇ। ਠੀਕ ਹੈ ਜੀ। ਇਹ ਸੀਗਾ ਵੀ ਚਾਈਨਾ ਨਾਲ ਰਿਲੇਸ਼ਨ ਇੰਡੀਆ ਦੇ। ਅਤੇ ਜੇ ਆਪਾਂ ਬਾਅਦ ਦੀ ਗੱਲ ਕਰੀਏ ਤਾਂ ਇਸ ਤੋਂ ਬਾਅਦ ਉਸ ਤੋਂ ਬਾਅਦ ਇੰਡੀਆ ਅਤੇ ਚਾਈਨਾ ਰਿਲੇਸ਼ਨ ਥੋੜ੍ਹੇ ਜਿਹੇ ਖਰਾਬ ਰਹੇ ਵੀ। ਪਰ 1988 ਦੇ ਵਿੱਚ ਜਿਹੜੇ ਆਪਣੇ PM ਸੀਗੇ ਰਾਜੀਵ ਗਾਂਧੀ, ਉਹ ਚਾਈਨਾ ਨੂੰ ਵਿਜ਼ਿਟ ਕਰਨਗੇ ਅਤੇ ਚਾਈਨਾ ਦੇ ਨਾਲ ਆਪਣਾ ਜਿਹੜਾ ਵਪਾਰ ਆ ਦੁਬਾਰਾ ਸ਼ੁਰੂ ਹੋਊਗਾ। ਚਾਈਨਾ ਦੇ ਨਾਲ ਬਹੁਤ ਸਾਰੇ ਕਲਚਰਲ ਐਕਸਚੇਂਜ ਨੂੰ ਲੈ ਕੇ ਜਾਂ ਸਾਇੰਸ ਐਂਡ ਟੈਕਨੋਲੋਜੀ ਨੂੰ ਲੈ ਕੇ ਕਈ ਐਗਰੀਮੈਂਟ ਸਾਈਨ ਹੋਣਗੇ। ਇਸ ਤੋਂ ਬਾਅਦ ਇੰਡੀਆ ਦਾ ਵਪਾਰ ਬਹੁਤ ਤੇਜ਼ੀ ਨਾਲ ਵਧਣਾ ਸ਼ੁਰੂ ਹੋ ਜਾਊਗਾ ਚਾਈਨਾ ਦੇ ਨਾਲ। ਅਤੇ 2001 ਤੋਂ ਬਾਅਦ ਤਾਂ ਆਪਣਾ ਇੰਡੀਆ ਅਤੇ ਚਾਈਨਾ ਦਾ ਵਪਾਰ 30% ਐਨੂਅਲੀ ਇਨਕਰੀਜ਼ ਹੋ ਰਿਹਾ ਹੈਗਾ। ਅਤੇ ਹੁਣ ਆਪਣੇ ਇੰਡੀਆ ਅਤੇ ਚਾਈਨਾ ਦੇ ਰਿਲੇਸ਼ਨ ਚੰਗੇ ਹੈਗੇ, ਬਟ ਉਹ ਬਾਰਡਰ ਡਿਸਪਿਊਟ ਪੂਰੀ ਤਰ੍ਹਾਂ ਸੋਲਵ ਨਹੀਂ ਹੋ ਸਕੇ। ਇਹ ਗੱਲ ਇਹ ਵੀ ਬੱਚਿਓ ਯਾਦ ਰੱਖਿਓ ਕਿ ਇੰਡੀਆ ਅਤੇ ਚਾਈਨਾ ਦੇ ਵਿਚਕਾਰ ਜਿਹੜਾ ਬਾਰਡਰ ਲਾਈਨ ਹੈ ਉਹਨੂੰ ਬੋਲਿਆ ਜਾਂਦਾ ਮੈਕਮੋਹਨ ਲਾਈਨ। ਮੈਕਮੋਹਨ ਲਾਈਨ, ਹਾਂਜੀ, ਇਹ ਵੀ ਯਾਦ ਰੱਖਿਓ। ਬ੍ਰਿਟਿਸ਼ ਨੇ ਇਹ ਡਿਸਾਈਡ ਕੀਤੀ ਸੀਗੀ। ਅੱਗੇ ਹੈ ਵੀ ਵਾਰ ਐਂਡ ਪੀਸ ਵਿਦ ਪਾਕਿਸਤਾਨ। ਵਾਰ ਐਂਡ ਪੀਸ ਵਿਦ ਪਾਕਿਸਤਾਨ। ਤਾਂ ਇਹ ਵੀ ਬੱਚੇ ਆਪਾਂ ਨਕਸ਼ੇ ਦੇ ਰਾਹੀਂ ਸਮਝਦੇ ਹੈਗੇ। ਇਹ ਵੀ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਮੈਂ। ਹਾਂਜੀ ਬੱਚੇ, ਇਹ ਬਹੁਤ ਆਸਾਨ ਹੈ ਵੀ ਚਾਈਨਾ ਨਾਲ ਰਿਲੇਸ਼ਨ ਅਤੇ ਪਾਕਿਸਤਾਨ ਨਾਲ ਰਿਲੇਸ਼ਨ ਬਹੁਤ ਹੀ ਆਸਾਨ ਹੈਗੇ। ਹਾਂਜੀ, ਆਹ ਹੈਗਾ ਇੰਡੀਆ, ਆਹ ਹੈਗਾ ਪਾਕਿਸਤਾਨ। ਬੱਚਿਓ ਆਪਾਂ ਪਿਛਲੇ ਚੈਪਟਰਾਂ 'ਚ ਵੀ ਪੜ੍ਹ ਕੇ ਆ ਚੁੱਕੇ ਹਾਂ ਕਿ ਜਦੋਂ ਬ੍ਰਿਟਿਸ਼ ਇੰਡੀਆ ਦੀ ਵੰਡ ਹੋਈ ਸੀ ਤਾਂ ਪਾਕਿਸਤਾਨ ਨੂੰ 2 ਟੈਰੀਟਰੀਆਂ ਆਈਆਂ ਸੀ। ਭਾਰਤ ਦੇ 2 ਪ੍ਰੋਵਿੰਸ ਦੀ ਵੰਡ ਹੋਈ ਸੀ। ਇੱਕ ਪੰਜਾਬ ਦੀ ਵੰਡ ਹੋਈ ਸੀ, ਇੱਕ ਬੰਗਾਲ ਦੀ ਵੰਡ ਹੋਈ ਸੀ। ਤਾਂ ਪੰਜਾਬ ਦੀ ਵੰਡ ਹੋ ਕੇ ਆਹ ਵਾਲਾ ਖੇਤਰ ਬਣਾਇਆ ਗਿਆ। ਬਲੋਚਿਸਤਾਨ, ਸਿੰਧ ਅਤੇ ਨਾਰਥ ਵੈਸਟ ਨੇ ਆਲਰੇਡੀ ਪਾਕਿਸਤਾਨ ਦੇ ਵਿੱਚ ਹੀ ਰੱਖੇ ਗਏ ਸੀਗੇ। ਤਾਂ ਇੱਕ ਤਾਂ ਆਹ ਵਾਲਾ ਪਾਕਿਸਤਾਨ ਬਣਿਆ ਸੀਗਾ ਉਸ ਸਮੇਂ, ਅਤੇ ਇੱਕ ਆ ਬੰਗਾਲ ਦੀ ਵੰਡ ਹੋਈ ਤਾਂ ਇੱਕ ਆ ਜਿਹੜਾ ਅੱਜ ਕੱਲ੍ਹ ਬੰਗਲਾਦੇਸ਼ ਹੈ ਇਹ ਸੀਗਾ ਈਸਟ ਪਾਕਿਸਤਾਨ। ਤਾਂ ਪਾਕਿਸਤਾਨ ਕੋਲ ਇਹ 2 ਟੈਰੀਟਰੀਆਂ ਸੀਗੀਆਂ। ਠੀਕ ਹੈ ਜੀ। ਇੰਡੀਆ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਇਹ ਬਾਰਡਰ ਹੈਗਾ, ਇਸ ਬਾਰਡਰ ਦਾ ਨਾਂ ਸੀਗਾ ਰੈੱਡ ਕਲਿਫ ਲਾਈਨ, ਕਿਉਂਕਿ ਜਿਹੜੀ ਬਾਰਡਰ ਲਾਈਨ ਡਿਸਾਈਡ ਕੀਤੀ ਸੀ, ਇਹ ਜਿਹੜਾ ਬਾਉਂਡਰੀ ਕਮਿਸ਼ਨ ਬਣਾਇਆ ਗਿਆ ਸੀ ਉਹਦਾ ਚੇਅਰਮੈਨ ਸੀਗਾ ਸਰ ਸਿਰਲ ਰੈੱਡਕਲਿਫ। ਇਸ ਕਰਕੇ ਇਹ ਬਾਰਡਰ ਲਾਈਨ ਨੂੰ ਬੋਲਿਆ ਜਾਂਦਾ ਰੈੱਡ ਕਲਿਫ ਲਾਈਨ। ਇਹ ਵੀ ਤੁਸੀਂ ਯਾਦ ਰੱਖਣਾ ਗਾ, ਛੋਟਾ ਸਵਾਲ ਆ ਸਕਦਾ ਹੈਗਾ। ਹਾਂਜੀ, ਹੁਣ ਇੱਕ ਗੱਲ ਧਿਆਨ ਨਾਲ ਸੁਣੋ। ਦੇਖੋ, ਜਦੋਂ ਇੰਡੀਆ ਅਤੇ ਪਾਕਿਸਤਾਨ ਨੂੰ ਆਜ਼ਾਦੀ ਮਿਲੀ ਸੀ ਜਦੋਂ, ਤਾਂ ਉਦੋਂ ਕੁਝ ਸਮੱਸਿਆਵਾਂ ਇਹ ਆਈਆਂ ਕਿ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਪ੍ਰਿੰਸਲੀ ਸਟੇਟ ਸੀਗੀਆਂ। ਤਾਂ ਪ੍ਰਿੰਸਲੀ ਸਟੇਟਸ 565 ਦੇ ਕਰੀਬ ਸੀਗੀਆਂ। ਵੈਸੇ ਇੱਕ ਬਲੋਚਿਸਤਾਨ ਪ੍ਰੋਵਿੰਸ ਸੀਗੀ, ਉਹ ਪਾਕਿਸਤਾਨ ਦੇ ਵਿੱਚ ਹੀ ਅਤੇ ਪਾਕਿਸਤਾਨ ਦੇ ਨਾਲ ਹੀ ਉਹ ਰਲ ਗਈ ਸੀਗੀ। ਪਰ ਇੰਡੀਆ ਵਾਲੀ ਸਾਈਡ 562 ਸੀਗੀਆਂ। ਤਾਂ 562 ਦੇ ਵਿੱਚੋਂ ਬਹੁਤ ਸਾਰੀਆਂ ਨੂੰ ਆਪਣੇ ਪਹਿਲੇ ਗ੍ਰਹਿ ਮੰਤਰੀ ਵੱਲਭ ਭਾਈ ਪਟੇਲ ਨੇ ਗੱਲਬਾਤ ਦੇ ਜ਼ਰੀਏ ਭਾਰਤ ਦੇ ਵਿੱਚ ਸ਼ਾਮਲ ਕਰਵਾ ਲਿਆ ਸੀਗਾ। ਪਰ 2-3 ਰਹਿ ਗਈਆਂ ਸੀਗੀਆਂ ਇਹੋ ਜਿਹੀਆਂ ਪ੍ਰਿੰਸਲੀ ਸਟੇਟਸ ਜਿਨ੍ਹਾਂ ਨੇ ਝਗੜਾ ਕ੍ਰੀਏਟ ਕਰਵਾਤਾ, ਜਿਵੇਂ ਕਿ ਇੱਕ ਹੈਦਰਾਬਾਦ ਸੀ, ਹੈਦਰਾਬਾਦ ਨਾਲ ਆਪਾਂ ਨੂੰ ਯੁੱਧ ਲੜਨਾ ਪਿਆ। ਇੱਕ ਸੀ ਜੂਨਾਗੜ੍ਹ ਪਲੈਬਸਾਈਟ ਕਰਵਾਇਆ ਗਿਆ, ਆਰਮੀ ਐਕਸ਼ਨ ਇੱਥੇ ਵੀ ਕੀਤਾ ਗਿਆ ਸੀ। ਤਾਂ ਇਸ ਤੋਂ ਬਾਅਦ ਪਾਕਿਸਤਾਨ ਨੇ ਆਰਮੀ ਐਕਸ਼ਨ ਕਰਤਾ ਸੀ ਕਸ਼ਮੀਰ 'ਤੇ। ਕਸ਼ਮੀਰ ਦੇ ਉੱਤੇ ਜਿਹੜਾ ਰਾਜ ਸੀਗਾ ਉਹ ਸੀਗਾ ਮਹਾਰਾਜਾ ਹਰੀ ਸਿੰਘ ਦਾ, ਡੋਗਰਾ ਰਾਜਪੂਤ ਸੀਗਾ ਉਹ। ਅਤੇ ਡੋਗਰਾ ਰਾਜਪੂਤ ਹਰੀ ਸਿੰਘ ਨੇ ਇੰਡੀਆ ਤੋਂ ਸਹਾਇਤਾ ਮੰਗੀ ਸੀ। ਇੰਡੀਆ ਨੇ ਇੰਸਟਰੂਮੈਂਟ ਆਫ ਸੈਸ਼ਨ ਦੇ ਸਾਈਨ ਕਰਵਾਉਣ ਤੋਂ ਬਾਅਦ ਉਹਨੂੰ ਸਹਾਇਤਾ ਦਿੱਤੀ ਸੀ। ਤਾਂ ਇੱਥੇ ਇੱਕ
ਕੀ ਹੋ ਗਿਆ ਜੀ, ਵਿਵਾਦ ਖੜ੍ਹਾ ਹੋ ਗਿਆ 48 ਦੇ ਵਿੱਚ। ਇੱਕ ਲੜਾਈ ਹੋਈ ਛੋਟੀ ਜਿਹੀ, ਹਾਂਜੀ, ਕਸ਼ਮੀਰ ਨੂੰ ਲੈ ਕੇ। ਤਾਂ ਕਸ਼ਮੀਰ ਝਗੜੇ ਦਾ ਕਾਰਨ ਬਣਿਆ ਰਹਿ ਗਿਆ ਵੀ। ਤਾਂ ਇੰਡੀਆ ਨੇ ਇਸ ਕਰਕੇ ਅਟੈਕ ਕੀਤਾ ਕਿ ਮਹਾਰਾਜਾ ਹਰੀ ਸਿੰਘ ਨੇ ਸਾਈਨ ਕਰ ਦਿੱਤੇ ਇੰਸਟਰੂਮੈਂਟ ਆਫ ਸੈਸ਼ਨ 'ਤੇ। ਉਹ ਇੰਸਟਰੂਮੈਂਟ ਆਫ ਮਰਜਰ 'ਤੇ ਸਾਈਨ ਬਾਅਦ 'ਚ ਕਰ ਦੇਣਗੇ। ਇੰਡੀਆ ਨੇ ਇਸ ਕਰਕੇ ਆਰਮੀ ਭੇਜਤੀ ਸੀਗੀ। ਹੁਣ ਪਾਕਿਸਤਾਨ ਇਹ ਕਹਿੰਦਾ ਹੈਗਾ ਕਿ ਤੁਸੀਂ ਜਿਹੜੇ ਇਹ ਸਾਈਨ ਕਰਵਾਏ ਸੀ ਇੰਸਟਰੂਮੈਂਟ ਆਫ ਸੈਸ਼ਨ 'ਤੇ, ਉਹ ਦਬਾਓ ਪਾਇਆ ਰਾਜੇ 'ਤੇ, ਇਸ ਕਰਕੇ ਕਰਵਾਏ ਹੈਗੇ। ਅਤੇ ਦੂਸਰਾ, ਇਹਨਾਂ ਨੇ ਬਹੁਤ ਸਾਰਾ ਖੇਤਰ ਉਦੋਂ ਅਨੈਕਸ ਕਰ ਲਿਆ ਵੀ, ਬਹੁਤ ਸਾਰਾ ਖੇਤਰ। ਉਹਨੂੰ ਆਪਾਂ POK ਬੋਲਦੇ ਹਾਂ, POK, ਪਾਕਿਸਤਾਨ ਆਕੂਪਾਈਡ ਕਸ਼ਮੀਰ। ਇੰਡੀਆ ਵਾਲੀ ਸਾਈਡ ਜਿੱਥੇ ਇੰਡੀਆ ਦਾ ਕੰਟਰੋਲ ਹੈ, ਉਹਨੂੰ ਪਾਕਿਸਤਾਨ IOK ਬੋਲਦਾ, ਇੰਡੀਅਨ ਆਕੂਪਾਈਡ ਕਸ਼ਮੀਰ। ਤਾਂ ਕਸ਼ਮੀਰ ਇੱਕ ਝਗੜੇ ਦਾ ਕਾਰਨ ਬਣ ਗਿਆ ਵੀ। ਤਾਂ ਕਸ਼ਮੀਰ ਦੇ ਝਗੜੇ ਨੂੰ ਲੈ ਕੇ ਕਈ ਵਾਰੀ ਕਨਫਲਿਕਟ ਹੋ ਗਿਆ ਆਪਣੇ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ। ਇੱਕ ਤਾਂ 48 ਦੇ ਵਿੱਚ ਕਨਫਲਿਕਟ ਹੋ ਗਿਆ, ਫਿਰ 65 ਦੇ ਵਿੱਚ ਕਨਫਲਿਕਟ ਹੋਇਆ ਸੀ ਇੱਕ। 65 ਦੇ ਵਿੱਚ ਕਨਫਲਿਕਟ ਹੋਇਆ ਇੱਥੇ ਜਿਹੜਾ ਗੁਜਰਾਤ ਹੈਗਾ, ਗੁਜਰਾਤ ਦੇ ਵਿੱਚ ਇੱਕ ਇੱਥੇ ਆਹ ਵਾਲਾ ਏਰੀਆ ਹੈ ਰਾਣਾ ਆਫ ਕੱਛ। ਰਾਣਾ ਆਫ ਕੱਛ ਦੇ ਵਿੱਚ ਜਿਹੜਾ ਜ਼ਿਆਦਾ ਖੇਤਰ ਹੈ ਉਹ ਮਾਰਸ਼ੀ ਏਰੀਆ ਹੈ, ਸਵੈਂਪੀ ਏਰੀਆ, ਦਲਦਲੀ ਖੇਤਰ ਹੈਗਾ। ਇੱਥੇ ਜਦੋਂ ਮੀਂਹ ਪੈਂਦਾ ਹੈਗਾ ਉਦੋਂ ਤਾਂ ਨਦੀਆਂ ਚੱਲ ਪੈਂਦੀਆਂ ਨੇ ਵੀ। ਅਦਰਵਾਈਜ਼ ਇੱਥੇ ਕੀ ਹੈਗਾ, ਗਾਰਾ ਮਿੱਟੀ ਬਣਿਆ ਰਹਿੰਦਾ ਅਤੇ ਬਾਰਡਰ ਡਿਸਾਈਡ ਨਹੀਂ ਹੈਗਾ ਪੂਰਾ ਸਹੀ ਤਰੀਕੇ ਨਾਲ। ਰੈਡ ਕਲਿਫ ਲਾਈਨ ਡਿਸਾਈਡ ਨਹੀਂ ਹੈਗੀ। ਤਾਂ 65 ਦੇ ਵਿੱਚ ਇਸ ਰਾਣਾ ਆਫ ਕੱਛ ਦੇ ਖੇਤਰ ਨੂੰ ਲੈ ਕੇ ਝੜਪ ਹੋ ਗਈ ਸੀ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ। ਅਤੇ ਇਸੇ ਦਾ ਬਹਾਨਾ ਲੈ ਕੇ ਇਹਨਾਂ ਨੇ ਇੱਕ ਆਰਮਡ ਅਟੈਕ ਲਾਂਚ ਕਰਤਾ ਸੀਗਾ ਪਾਕਿਸਤਾਨ ਨੇ ਇੰਡੀਆ 'ਤੇ। ਇਹ 65 ਦੀ ਲੜਾਈ ਸੀ। ਬਾਅਦ ਦੇ ਵਿੱਚ ਇਹਨੂੰ ਕਸ਼ਮੀਰ ਦੀ ਆਜ਼ਾਦੀ ਨਾਲ ਜੋੜ ਦਿੱਤਾ ਗਿਆ। ਹਾਂਜੀ, ਫਿਰ ਆਪਣੀ 1971 ਦੇ ਵਿੱਚ ਲੜਾਈ ਹੋਈ ਪਾਕਿਸਤਾਨ ਨਾਲ। ਵੈਸੇ 65 ਵਾਲੀ ਲੜਾਈ ਦੇ ਵਿੱਚ ਕਿਸੇ ਦੀ ਵੀ ਜਿੱਤ ਹਾਰ ਨਹੀਂ ਹੋਈ ਸੀ। ਇਹ ਲੜਾਈ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ USSR ਦੁਆਰਾ। ਵਧੀਆ ਹੋਇਆ ਵੀ ਇਹ ਲੜਾਈ ਅੱਗੇ ਨਹੀਂ ਵਧੀ, ਲੰਬੀ ਨਹੀਂ ਹੋ ਸਕੀ। ਫਿਰ 71 ਦੇ ਵਿੱਚ ਜਿਹੜਾ ਈਸਟ ਪਾਕਿਸਤਾਨ ਹੈ, ਇਹਨੇ ਆਪਦੀ ਆਜ਼ਾਦੀ ਦੀ ਮੰਗ ਉਠਾਈ ਅਤੇ ਪਾਕਿਸਤਾਨ ਤੋਂ ਆਜ਼ਾਦੀ ਦੀ ਮੰਗ ਲੈਣ ਵਾਸਤੇ ਇੰਡੀਆ ਤੋਂ ਸਹਾਇਤਾ ਮੰਗੀ। ਇੰਡੀਆ ਨੇ ਬੰਗਲਾਦੇਸ਼ ਲਿਬਰੇਸ਼ਨ ਵਾਰ ਲੜਿਆ ਪਾਕਿਸਤਾਨ ਦੇ ਨਾਲ। ਵੈਸੇ ਡੈਮੋਗ੍ਰਾਫਿਕ ਸਟਰਕਚਰ ਵਿਗੜ ਰਹੀ ਸੀ। ਬਹੁਤ ਸਾਰੀ ਏਰੀਆ ਜਿਹੜਾ ਆਪਣੇ ਇੰਡੀਆ ਦੇ ਵਿੱਚ ਇਹਨਾਂ ਦੇ ਪਾਕਿਸਤਾਨੀ ਲੋਕ ਇੱਧਰ ਆਈ ਜਾਂਦੇ ਸੀਗੇ, ਬੰਗਾਲੀ ਲੋਕ ਆਈ ਜਾਂਦੇ, ਜਿਹਦੇ ਕਰਕੇ ਆਪਾਂ ਨੂੰ ਇਹ ਅਟੈਕ ਕਰਨਾ ਪਿਆ। ਮਜਬੂਰੀ ਬਣ ਗਈ ਸੀ ਭਾਰਤ ਦੀ ਇਹ। ਤਾਂ 71 ਦੇ ਵਿੱਚ ਆਪਾਂ ਬੁਰੀ ਤਰ੍ਹਾਂ ਪਾਕਿਸਤਾਨ ਨੂੰ ਹਰਾਇਆ ਅਤੇ ਆਜ਼ਾਦ ਹੋ ਗਿਆ ਬੰਗਲਾਦੇਸ਼। ਅਤੇ ਬੰਗਲਾਦੇਸ਼ 1971 'ਚ ਆਜ਼ਾਦ ਹੋਇਆ ਵੀ। ਹਾਂਜੀ, ਤਾਂ 71 ਦੇ ਵਿੱਚ ਆਪਾਂ ਪਾਕਿਸਤਾਨ ਨੂੰ ਹਰਾਇਆ, ਬਹੁਤ ਬੁਰੀ ਤਰ੍ਹਾਂ ਹਰਾਇਆ। ਇੱਕ ਇਹ ਵੀ ਯਾਦ ਰੱਖਿਓ, ਜਦੋਂ 65 ਦੀ ਲੜਾਈ ਲੜੀ ਹੈ, 65 ਦੀ ਲੜਾਈ ਤੋਂ ਬਾਅਦ 1966 ਦੇ ਵਿੱਚ ਇੱਕ ਪੀਸ ਐਗਰੀਮੈਂਟ ਸਾਈਨ ਹੋਇਆ ਸੀ ਤਾਸ਼ਕੰਡ ਵਿਖੇ। ਤਾਸ਼ਕੰਡ ਇੱਕ ਦੇਸ਼ ਹੈ ਇੱਥੇ ਉਜ਼ਬੇਕਿਸਤਾਨ, ਜਿਵੇਂ ਅਫਗਾਨਿਸਤਾਨ, ਤੁਰਕਮੇਨਿਸਤਾਨ, ਇਹਦੇ ਨਾਲ ਜੇ ਇੱਕ ਦੇਸ਼ ਹੈਗਾ ਇੱਥੇ ਉਜ਼ਬੇਕਿਸਤਾਨ। ਉਜ਼ਬੇਕਿਸਤਾਨ ਦੀ ਰਾਜਧਾਨੀ ਹੈ ਤਾਸ਼ਕੰਡ। ਤਾਸ਼ਕੰਡ ਵਿਖੇ ਜਨਰਲ ਅਯੂਬ ਖਾਨ ਅਤੇ ਲਾਲ ਬਹਾਦਰ ਸ਼ਾਸਤਰੀ ਵਿਚਕਾਰ ਜਨਵਰੀ 1966 ਦੇ ਵਿੱਚ ਇੱਕ ਤਾਸ਼ਕੰਡ ਐਗਰੀਮੈਂਟ ਸਾਈਨ ਹੋਇਆ ਸੀਗਾ 65 ਦੀ ਲੜਾਈ ਤੋਂ ਬਾਅਦ। ਹਾਂਜੀ ਬੱਚਿਓ, ਇਸੇ ਤਰ੍ਹਾਂ ਹੀ 71 ਦੀ ਲੜਾਈ ਤੋਂ ਬਾਅਦ ਸ਼ਿਮਲਾ ਐਗਰੀਮੈਂਟ ਸਾਈਨ ਹੋਇਆ ਸੀਗਾ। ਸ਼ਿਮਲਾ ਐਗਰੀਮੈਂਟ 1972 'ਚ ਸਾਈਨ ਹੋਇਆ ਸੀਗਾ। ਹਾਂਜੀ, ਇੱਕ ਕਨਫਲਿਕਟ ਹੋਰ ਹੋਇਆ ਸੀ ਆਪਣਾ, ਉਹ ਹੋਇਆ ਸੀ ਕਾਰਗਿਲ ਕਨਫਲਿਕਟ। 1999 ਦੇ ਵਿੱਚ ਹੋਇਆ ਸੀ ਕਾਰਗਿਲ। ਉਹ ਵੈਸੇ ਇਹਨਾਂ ਨੇ ਆਪਣੀਆਂ ਜਿਹੜੀਆਂ ਭਾਰਤ ਦੀਆਂ ਚੌਂਕੀਆਂ ਨੇ ਸਮੇਂ ਤੋਂ ਪਹਿਲਾਂ ਇਹਨਾਂ ਨੇ ਮਾਰਚ ਮਹੀਨੇ ਦੇ ਵਿੱਚ ਜਾ ਕੇ ਉਹਨਾਂ 'ਤੇ ਕਬਜ਼ਾ ਕਰ ਲਿਆ ਸੀਗਾ। ਬਾਅਦ ਦੇ ਵਿੱਚ ਇੰਡੀਆ ਨੂੰ ਆਪਦੀਆਂ ਚੌਂਕੀਆਂ ਛੁਡਾਉਣੀਆਂ ਪਈਆਂ, ਆਰਮੀ ਦੀਆਂ ਚੌਂਕੀਆਂ ਛੁਡਾਉਣੀਆਂ ਪਈਆਂ। ਉਹਦੇ ਬਾਅਦ ਇੱਕ ਲੜਾਈ ਲੜਨੀ ਪਈ, ਉਹਨੂੰ ਕਿਹਾ ਜਾਂਦਾ ਕਾਰਗਿਲ ਵਾਰ। ਠੀਕ ਹੈ ਜੀ। ਤਾਂ ਇਹ ਆਪਣੇ 3-4 ਵਿਵਾਦ ਹੋਇਆ ਭਾਰਤ ਦੇ ਪਾਕਿਸਤਾਨ ਦੇ। ਵੈਸੇ ਕੁਝ ਵਾਟਰ ਡਿਸਪਿਊਟ ਵੀ ਚੱਲਦੇ ਰਹਿੰਦੇ ਹੈ। ਵੈਸੇ ਇੱਕ ਇੰਡਸ ਵਾਟਰ ਟਰੀਟੀ ਵੀ ਸਾਈਨ ਹੋਈ ਸੀ 1960 ਦੇ ਵਿੱਚ, ਜਿਹੜੀ ਕਿ ਵਰਲਡ ਬੈਂਕ ਨੇ ਕਰਵਾਈ ਇੰਡੀਆ ਅਤੇ ਪਾਕਿਸਤਾਨ ਵਿਚਕਾਰ। ਇਹ ਵੀ ਤੁਸੀਂ ਯਾਦ ਰੱਖਣਾ ਗਾ। ਅਤੇ ਇਹ ਹੈਗੇ ਆ ਪਾਕਿਸਤਾਨ ਦੇ ਨਾਲ ਆਪਣੇ ਵਿਵਾਦ। ਇਹ ਆਪਾਂ ਸਾਰੇ ਦੇਖਾਂਗੇ ਹੁਣ। ਹਾਂਜੀ ਬੱਚਿਓ, ਹਾਂਜੀ, ਪਹਿਲਾ ਪੁਆਇੰਟ ਹੈ ਵੀ ਵਾਰ ਐਂਡ ਪੀਸ ਵਿਦ ਪਾਕਿਸਤਾਨ। ਪਹਿਲਾ ਪੁਆਇੰਟ ਹੈ, ਇਹ ਫਸਟ ਵਾਜ ਬਰੋਕ ਆਊਟ ਬਲੂ ਦਾ ਇੰਡੀਅਨ ਐਂਡ ਪਾਕਿਸਤਾਨ ਆਰਮੀ ਇਨ ਕਸ਼ਮੀਰ ਡਿਊਰਿੰਗ 1947 ਐਂਡ ਇੰਡੀਆ ਵਨ। ਇਹ ਕਹਿੰਦੇ ਵੀ ਪਹਿਲਾ ਵਾਰ ਜਿਹੜਾ ਹੋਇਆ ਸੀਗਾ ਉਹ ਬਰੋਕ ਆਊਟ ਹੋਇਆ ਸੀਗਾ, ਉਹ 1947-48 ਦੇ ਵਿੱਚ ਹੋਇਆ ਸੀਗਾ। ਕਸ਼ਮੀਰ ਵਾਸਤੇ ਹੋਇਆ ਸੀਗਾ ਅਤੇ ਇੰਡੀਆ ਇਹਦੇ 'ਚੋਂ ਜਿੱਤ ਗਿਆ। ਨਹੀਂ, ਇੰਡੀਆ ਜਿੱਤਿਆ ਨਹੀਂ, ਤੁਹਾਡੀ ਕਿਤਾਬ 'ਚ ਲਿਖਿਆ ਵੈਸੇ ਇੱਦਾਂ। ਇਹਦਾ ਕੋਈ ਨਤੀਜਾ ਨਿਕਲਿਆ ਨਹੀਂ ਵੀ। ਵਾਰ ਤਾਂ ਅੱਜ ਵੀ ਜਾਰੀ ਆ। ਉਹ ਦੋਨੇ ਪਾਸੇ ਆਪਣੀ ਉੱਥੇ ਜਿਹੜਾ ਬਾਰਡਰ ਬਣ ਗਿਆ LOC ਲਾਈਨ ਆਫ ਕੰਟਰੋਲ, ਦੋਨੇ ਪਾਸੇ ਆਪਣੀਆਂ ਆਰਮੀਆਂ ਖੜ੍ਹੀਆਂ ਨੇ ਅਤੇ ਉੱਥੇ ਗੋਲੀ ਬੰਦ ਕੀਤੀ ਹੋਈ ਹੈਗੀ। ਸੀਜ਼ ਫਾਇਰ ਕੀਤਾ ਹੋਇਆ UN ਦੁਆਰਾ ਕਸ਼ਮੀਰ ਦੇ ਵਿੱਚ। ਬਟ ਕਈ ਵਾਰੀ ਉਹ ਸੀਜ਼ ਫਾਇਰ ਦੀ ਉਲੰਘਣਾ ਹੁੰਦੀ ਹੈਗੀ। ਪਾਕਿਸਤਾਨ ਵਾਲੇ ਵੀ ਕਰਦੇ ਹੈਗੇ, ਇੰਡੀਆ ਵਾਲੇ ਵੀ ਕਰਦੇ ਹੈਗੇ। ਹਾਂਜੀ, ਅੱਗੇ ਚੱਲਦੇ ਹਾਂ। The World Bank resolved the issue of the India-Pakistan Indus Water Treaty and it was signed by the Nehru and General Ayub Khan in 1960। ਇਹ ਵੀ ਦੱਸਦਾ ਤੁਹਾਨੂੰ ਮੈਂ ਕਿ ਐਕਚੁਅਲੀ ਦੇ ਵਿੱਚ ਵੀ 6 ਨਦੀਆਂ ਨੇਗੀਆਂ। ਸਭ ਤੋਂ ਨੀਚੇ ਹੈਗੀ ਆ ਸਤਲੁਜ, ਉਸ ਤੋਂ ਬਾਅਦ ਹੈਗੀ ਆ ਬਿਆਸ। ਇਹ ਵੀ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬੱਚੇ, ਇਹ ਬਹੁਤ ਹੀ ਆਸਾਨ ਹੈਗਾ, ਇੱਥੇ ਸਮਝੋ।
ਮੰਨ ਲਓ ਆਹ ਨਦੀ ਆਉਂਦੀ ਹੈਗੀ ਸਤਲੁਜ, ਸਤਲੁਜ ਲਿਖਤਾ ਇੱਥੇ। ਇੱਕ ਨਦੀ ਆਉਂਦੀ ਹੈ ਬਿਆਸ, ਬਿਆਸ। ਇੱਕ ਨਦੀ ਆਉਂਦੀ ਹੈਗੀ ਰਾਵੀ, ਮੈਂ ਰਾਵੀ ਲਿਖਤਾ। ਇੱਕ ਨਦੀ ਆਉਂਦੀ ਹੈਗੀ ਚੇਨਾਬ, ਹਾਂਜੀ। ਇੱਕ ਨਦੀ ਆਉਂਦੀ ਹੈਗੀ ਜੇਹਲਮ, ਹਾਂਜੀ। ਇੱਕ ਨਦੀ ਆਉਂਦੀ ਹੈਗੀ ਇੰਡਸ। ਐ ਨਦੀਆਂ ਨੇ ਇਹ, ਹਾਂਜੀ। ਆਹ ਹੈਗੀ ਚੇਨਾਬ, ਆਹ ਹੈਗੀ ਜੇਹਲਮ, ਤੇ ਆਹ ਨਦੀ ਹੈਗੀ ਹੈ ਇੰਡਸ। ਜਿਹੜੀ ਇੰਡਸ ਵਾਟਰ ਟਰੀਟੀ ਹੈ ਇਹ ਕਹਿੰਦੀ ਹੈ, ਇਹਨਾਂ ਨੂੰ ਦੋ ਭਾਗਾਂ 'ਚ ਵੰਡ ਲਿਆ, ਸਤਲੁਜ, ਬਿਆਸ ਤੇ ਰਾਵੀ। ਸਤਲੁਜ, ਬਿਆਸ ਤੇ ਰਾਵੀ, ਇਹਨਾਂ ਨੂੰ ਬੋਲਿਆ ਜਾਂਦਾ ਈਸਟਰਨ ਰਿਵਰ, ਈਸਟਰਨ ਰਿਵਰ। ਤੇ ਜਿਹੜੀਆਂ ਉੱਪਰ ਆ ਗਈਆਂ ਚੇਨਾਬ, ਜੇਹਲਮ ਤੇ ਸਿੰਧ, ਇਹਨਾਂ ਨੂੰ ਬੋਲਿਆ ਜਾਂਦਾ ਵੈਸਟਰਨ ਰਿਵਰ। ਜਿਹੜੀ ਇੰਡਸ ਵਾਟਰ ਟਰੀਟੀ ਹੈ ਇਹ ਕਹਿੰਦੀ ਹੈ ਵੀ ਕਿ ਈਸਟਰਨ ਰਿਵਰ ਦਾ 80% ਭਾਗ ਇੰਡੀਆ ਯੂਜ਼ ਕਰੂਗਾ ਅਤੇ 20% ਪਾਕਿਸਤਾਨ ਯੂਜ਼ ਕਰੂਗਾ। ਅਤੇ ਚਨਾਬ ਜੇਹਲਮ ਇਹਨੂੰ ਵੈਸਟਰਨ ਰਿਵਰ ਦਾ ਇਹਦਾ 80% ਭਾਗ ਪਾਕਿਸਤਾਨ ਯੂਜ਼ ਕਰੂਗਾ ਅਤੇ 20% ਇੰਡੀਆ ਯੂਜ਼ ਕਰੂਗਾ। ਹਾਂਜੀ, ਇਹ ਹੈਗੀ ਇੰਡਸ ਵਾਟਰ ਟਰੀਟੀ। ਅਤੇ ਇਹਦੇ ਵਿੱਚ ਝਗੜਾ ਇਹ ਹੋ ਜਾਂਦਾ ਗਾ ਕਿ ਕਈ ਵਾਰੀ ਉਹ ਪਾਕਿਸਤਾਨ ਆਪਣੇ 'ਤੇ ਦੋਸ਼ ਲਾਉਂਦਾ ਹੈਗਾ ਕਿ ਉਹ ਈਸਟਰਨ ਰਿਵਰ ਦਾ 80% ਤੋਂ ਵੱਧ ਯੂਜ਼ ਕਰ ਜਾਂਦਾ ਗਾ ਅਤੇ ਇੱਥੇ 20% ਤੋਂ ਵੱਧ ਯੂਜ਼ ਕਰ ਜਾਂਦਾ ਗਾ। ਬਸ ਇਹ ਇਹਨਾਂ ਦਾ ਝਗੜਾ ਗਾ, ਇਹ ਝਗੜਾ ਕਦੇ ਸੋਲਵ ਹੋਣ ਵਾਲਾ ਹੈ ਨਹੀਂ ਗਾ। ਹਾਂਜੀ, ਅੱਗੇ ਵੀ ਇਨ ਅਪ੍ਰੈਲ 1965 ਪਾਕਿਸਤਾਨ ਲਾਂਚਡ ਆਰਮਡ ਅਟੈਕ ਇਨ ਦਾ ਰਨ ਆਫ ਕੱਛ ਏਰੀਆ ਆਫ ਗੁਜਰਾਤ ਐਂਡ ਇੰਡੀਆ ਅਗੇਨ ਵੋਨ ਦਿਸ ਵਾਰ। ਤਾਂ ਅਪ੍ਰੈਲ 1965 ਦੇ ਵਿੱਚ ਮੈਂ ਤੁਹਾਨੂੰ ਇਹ ਵੀ ਸਮਝਾਤਾ ਵੀ ਰਨ ਆਫ ਕੱਛ ਦੇ ਵਿੱਚ ਕੁਝ ਛੋਟੀ ਜਿਹੀ ਝੜਪ ਹੋਈ ਸੀ। ਬਾਅਦ ਦੇ ਵਿੱਚ ਇਹਨਾਂ ਨੇ ਕਸ਼ਮੀਰ ਦੇ ਉੱਤੇ ਵੀ ਹਮਲਾ ਕਰਤਾ ਸੀਗਾ, ਪੰਜਾਬ ਦੇ ਉੱਤੇ ਵੀ ਹਮਲਾ ਕਰਤਾ ਸੀਗਾ। ਬਸ ਇਹ ਲੜਾਈ ਦਾ ਵੀ ਕੋਈ ਨਤੀਜਾ ਨਹੀਂ ਨਿਕਲਿਆ ਸੀ। 2-3 ਮਹੀਨੇ ਵਾਰ ਚੱਲਿਆ ਸੀਗਾ। USSR ਨੇ ਮੀਡੀਏਸ਼ਨ ਕਰਕੇ ਇਹ ਵਾਰ ਬੰਦ ਕਰਵਾਤਾ ਸੀ, ਇੱਕ ਐਗਰੀਮੈਂਟ ਵੀ ਕਰਵਾਇਆ ਉਦੋਂ ਬਾਅਦ। ਦੈਨ ਸਾਈਨ ਦਾ ਤਾਸ਼ਕੰਡ ਐਗਰੀਮੈਂਟ ਹੁਣ USSR 66 ਦੇ ਵਿੱਚ। ਇਹ ਵੀ ਸਮਝਾਤਾ ਤੁਹਾਨੂੰ ਮੈਂ ਕਿ 66 ਦੇ ਵਿੱਚ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਡ ਵਿਖੇ ਪੀਸ ਐਗਰੀਮੈਂਟ ਹੋਇਆ ਸੀਗਾ। ਇੰਡੀਆ ਵੱਲੋਂ ਗਏ ਸੀਗੇ ਲਾਲ ਬਹਾਦਰ ਸ਼ਾਸਤਰੀ ਜੀ ਅਤੇ ਪਾਕਿਸਤਾਨ ਵੱਲੋਂ ਗਏ ਸੀ ਜਨਰਲ ਅਯੂਬ ਖਾਨ। ਹਾਂਜੀ, ਅਤੇ ਇੱਥੇ ਨਾ ਸ਼ਾਸਤਰੀ ਜੀ ਦੀ ਰਾਤ ਨੂੰ ਹੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਜਿਵੇਂ ਸ਼ਾਮ ਨੂੰ ਉਹਨਾਂ ਨੇ ਪੀਸ ਐਗਰੀਮੈਂਟ ਸਾਈਨ ਕੀਤਾ ਅਤੇ ਰਾਤ ਨੂੰ ਉਹਨਾਂ ਨੂੰ ਹਾਰਟ ਅਟੈਕ ਆ ਗਿਆ ਸੀ, ਤਾਂ ਉੱਥੇ ਉਹਨਾਂ ਦੀ ਮੌਤ ਹੋ ਗਈ ਸੀਗੀ। ਹਾਂਜੀ, ਅੱਗੇ ਇਨ ਥਰਡ ਵਾਰ ਇੰਡੀਆ ਡਿਫੀਟਡ ਪਾਕਿਸਤਾਨ ਫਾਰ ਦਾ ਸਪੋਰਟ ਟੂ ਦਾ ਫਰੀਡਮ ਸਟਰਗਲ ਇਨ ਬੰਗਲਾਦੇਸ਼। ਇਹ 1971 ਦੇ ਵਿੱਚ ਇੰਡੀਆ ਨੇ ਬੁਰੀ ਤਰ੍ਹਾਂ ਹਰਾਇਆ ਪਾਕਿਸਤਾਨ ਨੂੰ ਵੀ। ਹਾਂਜੀ, ਇਹ ਪੂਰੀ ਤਰ੍ਹਾਂ ਹਰਾਇਆ ਗਾ। ਅੱਗੇ ਲੇਟਰ ਦਾ ਸਾਈਨਿੰਗ ਆਫ ਦਾ ਸ਼ਿਮਲਾ ਐਗਰੀਮੈਂਟ ਇੰਡੀਆ ਐਂਡ ਪਾਕਿਸਤਾਨ 1972। ਤਾਂ ਜਦੋਂ 1971 ਵਾਲੀ ਲੜਾਈ ਹੋਈ ਆਪਣੀ ਪਾਕਿਸਤਾਨ ਦੇ ਨਾਲ, ਤਾਂ ਇਸ ਤੋਂ ਬਾਅਦ ਸ਼ਿਮਲਾ ਐਗਰੀਮੈਂਟ ਸਾਈਨ ਹੋਇਆ ਵੀ 1972 ਦੇ ਵਿੱਚ। ਇਹ ਇੰਡੀਆ ਅਤੇ ਪਾਕਿਸਤਾਨ ਵਿੱਚ ਸਾਈਨ ਹੋਇਆ। ਇਹਦੀਆਂ ਦੋ ਗੱਲਾਂ ਬਹੁਤ ਮਹੱਤਵਪੂਰਨ ਵੀ ਸ਼ਿਮਲਾ ਐਗਰੀਮੈਂਟ ਦੀਆਂ। ਇੱਕ LOC ਨੂੰ ਮਾਨਤਾ ਦਿੱਤੀ ਇੰਡੀਆ ਨੇ, ਅਤੇ ਇੱਕ ਇਹਨਾਂ ਨੇ ਇਹ ਕਿਹਾ ਸੀ ਵੀ ਉਹ ਬਾਇਲੈਟਰਲੀ ਸੋਲਵ ਕਰਾਂਗੇ ਜਿਹੜਾ ਕਸ਼ਮੀਰ ਇਸ਼ੂ ਹੈਗਾ। ਇਹਦੇ ਵਿੱਚ ਆਪਾਂ ਥਰਡ ਪਾਰਟੀ ਨੂੰ ਨਹੀਂ ਬਿਠਾਉਂਦੇ ਹੈਗੇ। ਇਹ ਇੰਡੀਆ ਅਤੇ ਪਾਕਿਸਤਾਨ ਦੋਨੋਂ ਇਕੱਠੇ ਹੀ ਕੀ ਕਰਨਗੇ, ਸਾਈਨ ਕਰਨਗੇ। ਸੋਰੀ, ਇਕੱਠੇ ਹੀ ਇਹਦਾ ਹੱਲ ਕੱਢਣਗੇ ਕਸ਼ਮੀਰ ਇਸ਼ੂ ਦਾ। ਅੱਗੇ ਵੀ ਇੰਡੀਆ ਹੈਡ ਟੂ ਸਟਾਰਟ ਔਨ ਏ ਮਿਲਟਰੀ ਮੋਡਰਨਾਈਜੇਸ਼ਨ ਡਰਾਈਵ। ਇੰਡੀਆ ਨੇ ਇਸ ਤੋਂ ਬਾਅਦ ਆਪਣੀ ਮਿਲਟਰੀ ਨੂੰ ਮੋਡਰਨ ਕਰਨਾ ਸ਼ੁਰੂ ਕਰਤਾ ਵੀ। ਦਾ ਡਿਪਾਰਟਮੈਂਟ ਆਫ ਦਾ ਡਿਫੈਂਸ ਪ੍ਰੋਡਕਸ਼ਨ ਵਾਜ ਐਸਟੈਬਲਿਸ਼ਡ ਇਨ ਨਵੰਬਰ 1962 ਐਂਡ ਡਿਪਾਰਟਮੈਂਟ ਆਫ ਡਿਫੈਂਸ ਸਪਲਾਈ ਇਨ ਨਵੰਬਰ 1965। ਤਾਂ ਇੰਡੀਆ ਨੇ ਦੋ ਡਿਪਾਰਟਮੈਂਟ ਬਣਾਏ, ਇੱਕ ਡਿਪਾਰਟਮੈਂਟ ਆਫ ਡਿਫੈਂਸ ਪ੍ਰੋਡਕਸ਼ਨ, ਇੱਕ ਡਿਪਾਰਟਮੈਂਟ ਆਫ ਡਿਫੈਂਸ ਸਪਲਾਈ। ਇਹ ਦੋਨੇ ਇੱਕ 65 ਅਤੇ ਇੱਕ 62 ਦੇ ਵਿੱਚ ਬਣਾਇਆ ਗਿਆ। ਠੀਕ ਹੈ ਜੀ, ਇਹ ਸੀ ਬੱਚਿਓ ਵਾਰ ਐਂਡ ਪੀਸ ਵਿਦ ਪਾਕਿਸਤਾਨ। 99 ਦੇ ਵਿੱਚ ਇੱਕ ਹੋਰ ਵਾਰ ਹੋਇਆ ਸੀਗਾ। ਵੈਸੇ 99 ਵਾਲੇ ਵਾਰ ਤੋਂ ਪਹਿਲਾਂ ਅਟਲ ਬਿਹਾਰੀ ਵਾਜਪੇਈ ਉਸ ਸਮੇਂ PM ਸੀ ਇੰਡੀਆ ਦੇ, ਤਾਂ ਉਹ ਇੱਕ ਬਹੁਤ ਵੱਡਾ ਜੱਥਾ ਲੈ ਕੇ ਨਾ ਬੱਸ 'ਤੇ ਪਾਕਿਸਤਾਨ ਗਏ ਸੀ ਲਾਹੌਰ। ਅਤੇ ਉਹਨਾਂ ਨੇ ਇੱਕ ਪੀਸ ਐਗਰੀਮੈਂਟ ਸਾਈਨ ਕੀਤਾ ਸੀ, ਲਾਹੌਰ ਡਿਕਲੇਰੇਸ਼ਨ। ਬਟ ਉਹਨਾਂ ਤੋਂ ਬਾਅਦ ਹੀ ਕੁਛ ਦਿਨਾਂ ਬਾਅਦ ਹੀ ਉਹਨਾਂ ਨੇ ਆਪਣੀਆਂ ਚੌਂਕੀਆਂ 'ਤੇ ਕਾਰਗਿਲ ਦੇ ਵਿੱਚ ਹਮਲਾ ਕਰਤਾ ਸੀਗਾ, ਅਤੇ ਫਿਰ ਆਪਾਂ ਨੂੰ ਇੱਕ ਲੜਾਈ ਲੜਨੀ ਪਈ ਕਾਰਗਿਲ ਵਾਰ। ਉਹ ਇੰਡੀਆ ਜਿੱਤਿਆ ਸੀਗਾ ਵੀ। ਹਾਂਜੀ, ਆਪਰੇਸ਼ਨ ਵਿਜੇ ਕਹਿੰਦੇ ਹੈਗੇ ਉਹਨੂੰ, ਆਪਰੇਸ਼ਨ ਸਵੇਤ ਸਾਗਰ ਵੀ ਲਾਂਚ ਕਰਿਆ ਇੰਡੀਆ ਨੇ। ਤਾਂ ਉਹ ਆਪਾਂ 26 ਜੁਲਾਈ ਨੂੰ ਜਿੱਤ ਗਏ ਸੀਗੇ, ਇਸ ਕਰਕੇ 26 ਜੁਲਾਈ ਨੂੰ ਮਨਾਇਆ ਜਾਂਦਾ ਆਪਰੇਸ਼ਨ ਵਿਜੇ ਦਿਵਸ। ਕਾਰਗਿਲ ਵਿਜੇ ਦਿਵਸ ਮਨਾਇਆ ਜਾਂਦਾ ਗਾ। ਅਤੇ ਫਿਰ 2005 ਦੇ ਵਿੱਚ ਅਤੇ 2003 ਦੇ ਵਿੱਚ ਪਰਵੇਜ਼ ਮੁਸ਼ੱਰਫ ਇੰਡੀਆ 'ਚ ਆਏ ਸੀ। ਉਹਨੇ ਆਗਰਾ ਸਮਿਟ ਕੀਤਾ ਸੀ, ਬਟ ਉਹ ਫੇਲ ਹੋ ਗਿਆ ਸੀਗਾ। ਠੀਕ ਹੈ ਜੀ, ਚਲੋ ਅੱਗੇ ਵੱਧਦੇ ਹਾਂ।
ਇੰਡੀਆਜ਼ ਨਿਊਕਲੀਅਰ ਪਾਲਿਸੀ। ਪਹਿਲੀ ਲਾਈਨ ਹੈ ਵੀ ਦ ਕਮਿਊਨਿਸਟ ਚਾਈਨਾ ਕੰਡਕਟਡ ਨਿਊਕਲੀਅਰ ਟੈਸਟ ਇਨ ਅਕਤੂਬਰ 1964। ਚਾਈਨਾ ਨੇ ਜਿਹੜਾ ਨਿਊਕਲੀਅਰ ਟੈਸਟ ਕੀਤਾ ਸੀਗਾ ਉਹ 1964 ਦੇ ਵਿੱਚ ਕੀਤਾ ਸੀਗਾ ਵੀ। ਦ ਫਸਟ ਨਿਊਕਲੀਅਰ ਟੈਸਟ ਡਨ ਬਾਈ ਇੰਡੀਆ ਇਨ ਮਈ 1974। ਇੰਡੀਆ ਨੇ ਜਿਹੜਾ ਪਹਿਲਾ ਨਿਊਕਲੀਅਰ ਟੈਸਟ ਕੀਤਾ ਸੀ ਉਹ ਮਈ 1974 ਦੇ ਵਿੱਚ ਕੀਤਾ ਸੀਗਾ। ਦੇਖੋ ਬੱਚਿਓ, ਜਿਹੜਾ ਇੰਡੀਆ ਨੇ 1974 ਦੇ ਵਿੱਚ ਨਿਊਕਲੀਅਰ ਟੈਸਟ ਕੀਤਾ ਸੀਗਾ ਨਾ, ਉਹਦਾ ਨਾਮ ਆਪਾਂ ਰੱਖਿਆ ਸੀਗਾ ਸਮਾਈਲਿੰਗ ਬੁੱਧਾ। ਅਤੇ ਜਦੋਂ ਇੰਡੀਆ ਨੇ ਇਹ ਟੈਸਟ ਕੀਤਾ ਤਾਂ ਸਾਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ, ਇੰਡੀਆ ਨੇ ਟੈਸਟ ਕੀਤਾ ਜਦੋਂ, ਦੁਨੀਆ ਨੂੰ ਇਹ ਪਤਾ ਲੱਗਾ ਵੀ ਇੰਡੀਆ ਕੋਲ ਨਿਊਕਲੀਅਰ ਵੈਪਨ ਆ ਗਿਆ। ਤਾਂ ਆਪਣੇ ਦੇ USA ਵਰਗੇ ਦੇਸ਼ਾਂ ਨੇ ਸੈਂਕਸ਼ਨ ਲਾਤੇ ਸੀਗੇ। ਤਾਂ ਵੀ ਇਹਨਾਂ ਨੇ NPT ਸਾਈਨ ਨਹੀਂ ਕੀਤੀ ਹੈਗੀ, ਇਹਨਾਂ ਨੇ ਨਿਊਕਲੀਅਰ ਸਪਲਾਇਰ ਗਰੁੱਪ ਸਾਈਨ ਨਹੀਂ ਕੀਤਾ ਹੈਗਾ, ਤਾਂ ਇਹ ਇਹਨਾਂ ਨੇ ਦੁਨੀਆ ਨੂੰ ਖਤਰਾ ਹੈ ਇਸ ਤਰ੍ਹਾਂ ਦੇ ਹੋਰ ਵੀ ਆਪਣੇ 'ਤੇ ਦੋਸ਼ ਲਾ ਕੇ ਆਪਣੇ 'ਤੇ ਸੈਂਕਸ਼ਨ ਲਾਤੇ ਸੀਗੇ। The five nuclear weapon power, the USA, USSR, UK, France and China, also the five permanent members of Security Council, tried to impose the Nuclear Non-Proliferation Treaty of 1968 on the world। ਦੇਖੋ ਵੀ ਇੱਕ ਨਾ ਟਰੀਟੀ ਹੈ NPT, ਨਿਊਕਲੀਅਰ ਨੋਨ ਨਿਊਕਲੀਅਰ ਪ੍ਰੋਲੀਫਰੇਸ਼ਨ ਟਰੀਟੀ, ਨਿਊਕਲੀਅਰ ਨੋਨ ਪ੍ਰੋਲੀਫਰੇਸ਼ਨ ਟਰੀਟੀ। ਇਹ ਬਹੁਤ ਮਹੱਤਵਪੂਰਨ ਟਰੀਟੀ ਹੈ ਵੀ, ਇਹ ਤੁਸੀਂ ਯਾਦ ਰੱਖਣੀ, ਤੁਹਾਨੂੰ ਪੱਕਾ ਸਵਾਲ ਆਊਗਾ। ਜਿਹੜੀ NPT ਆ ਨਾ, ਇਹ 1968 ਦੇ ਵਿੱਚ ਬਣਾਈ ਗਈ ਸੀਗੀ। ਅਤੇ ਇਹ ਕਹਿੰਦੀ ਹੈਗੀ ਵੀ ਜਿਹੜੇ ਸਿਕਿਉਰਿਟੀ ਕੌਂਸਲ ਵਿੱਚ ਪਰਮਾਨੈਂਟ ਮੈਂਬਰ ਹੈਗੇ, ਜਿਵੇਂ USA, UK, ਫਰਾਂਸ, USSR ਅਤੇ ਆਪਣਾ ਚਾਈਨਾ, ਤਾਂ ਇਹ ਤਾਂ ਰੱਖ ਸਕਦੇ ਹੈਗੇ ਨਿਊਕਲੀਅਰ ਵੈਪਨ। ਬਾਕੀ ਸਾਰੀ ਦੁਨੀਆ ਖਤਮ ਕਰੂਗੀ ਜਿਹੜਾ ਇਹਦੇ 'ਤੇ ਸਾਈਨ ਕਰੂਗਾ। ਬਾਅਦ ਦੇ ਵਿੱਚ ਇਹ 1995 ਦੇ ਵਿੱਚ ਇਹਨੂੰ ਅਨਲਿਮਿਟਡ ਸਮੇਂ ਲਈ ਵਧਾ ਵੀ ਦਿੱਤਾ ਗਿਆ। ਇਹਦੇ 'ਚ ਕਈ ਦੇਸ਼ਾਂ ਨੇ ਸਾਈਨ ਨਹੀਂ ਕੀਤੇ, ਇੰਡੀਆ ਨੇ ਵੀ ਇਹਦੇ ਸਾਈਨ ਨਹੀਂ ਕੀਤੇ ਹੈਗੇ। ਇੰਡੀਆ ਨੇ ਇਸ ਕਰਕੇ ਸਾਈਨ ਨਹੀਂ ਕੀਤੇ ਹੈਗੇ, ਇੰਡੀਆ ਕਹਿੰਦਾ ਵੀ ਇਹ ਜਿਹੜੀ ਟਰੀਟੀ ਹੈ ਨਾ, ਇਹ ਭੇਦਭਾਵ ਵਾਲੀ ਟਰੀਟੀ ਹੈ। ਵੀ ਜੇ ਤੁਸੀਂ ਦੁਨੀਆ ਦੇ ਵਿੱਚੋਂ ਹਥਿਆਰ ਖਤਮ ਕਰਨਾ ਚਾਹੁੰਦੇ ਹੋ ਤਾਂ ਜਿਹੜੇ 5 ਪਰਮਾਨੈਂਟ ਮੈਂਬਰ ਉਹ ਵੀ ਕਿਉਂ ਰੱਖਣ, ਉਹ ਵੀ ਖਤਮ ਕਰਨ। ਜਾਂ ਤਾਂ ਸਾਰੀ ਦੁਨੀਆ ਖਤਮ ਕਰੇ ਅਤੇ ਜਾਂ ਮੈਂ ਖਤਮ ਨਹੀਂ ਕਰੂੰਗਾ। ਇੰਡੀਆ ਕਹਿੰਦਾ ਮੇਰੇ ਚਾਈਨਾ ਨਾਲ ਰਿਲੇਸ਼ਨ ਚੰਗੇ ਨਹੀਂ ਹੈਗੇ, ਮੇਰੇ ਪਾਕਿਸਤਾਨ ਨਾਲ ਰਿਲੇਸ਼ਨ ਚੰਗੇ ਨਹੀਂ ਹੈਗੇ, ਇਹ ਦੋਨੇ ਨਿਊਕਲੀਅਰ ਕੈਪੇਬਲ ਕੰਟਰੀ ਹੈ, ਜਦ ਕਿ ਚਾਈਨਾ ਤਾਂ 5 ਪਰਮਾਨੈਂਟ ਦੇ ਵਿੱਚ ਆਉਂਦਾ ਗਾ। ਇਸ ਕਰਕੇ ਮੈਨੂੰ ਉਹਦੇ ਤੋਂ ਬਹੁਤ ਖਤਰਾ, ਮੈਨੂੰ ਉਹਦੇ 'ਤੇ ਭਰੋਸਾ ਹੈ ਨਹੀਂ ਗਾ। ਤਾਂ ਮੈਨੂੰ ਆਪਦੀ ਸੇਫਟੀ ਵਾਸਤੇ ਨਿਊਕਲੀਅਰ ਵੈਪਨ ਰੱਖਣੇ ਪੈਣਗੇ, ਇਸ ਕਰਕੇ ਮੈਂ NPT ਸਾਈਨ ਨਹੀਂ ਕਰੂੰਗਾ। ਅਤੇ ਇਹ ਭੇਦਭਾਵ ਵਾਲੀ ਟਰੀਟੀ ਹੈ, ਬਿਲਕੁਲ ਇੰਡੀਆ ਦਾ ਸਟੈਂਡ ਬਿਲਕੁਲ ਸਹੀ ਹੈਗਾ। ਜਦੋਂ ਇੰਡੀਆ ਨੇ ਸਾਈਨ ਨਹੀਂ ਕੀਤੇ ਤਾਂ ਪਾਕਿਸਤਾਨ ਨੇ ਵੀ ਇਹ 'ਤੇ ਸਾਈਨ ਨਹੀਂ ਕੀਤੇ, ਇਹਦੇ 'ਤੇ ਸਾਊਥ ਸੁਡਾਨ ਨੇ ਵੀ ਸਾਈਨ ਨਹੀਂ ਕੀਤੇ, ਇਹਦੇ ਉੱਤੇ ਇਜ਼ਰਾਈਲ ਨੇ ਵੀ ਸਾਈਨ ਨਹੀਂ ਕੀਤੇ। ਪਹਿਲਾਂ ਇਹਦੇ 'ਤੇ ਸਾਈਨ ਕੀਤੇ ਸੀਗੇ ਨਾਰਥ ਕੋਰੀਆ ਨੇ, ਪਰ ਬਾਅਦ 'ਚ ਉਹਨੇ ਛੱਡਤੀ ਇਹ ਟਰੀਟੀ। ਤਾਂ ਇਹ 5 ਦੇਸ਼ਾਂ ਨੇ ਇਹਦੇ 'ਤੇ ਸਾਈਨ ਨਹੀਂ ਕੀਤੇ। ਠੀਕ ਹੈ ਜੀ। ਇਹ ਸੀ NPT ਬਹੁਤ ਇੰਪੋਰਟੈਂਟ ਹੈ। ਅੱਗੇ, ਇੰਡੀਆ ਆਲਵੇਜ਼ ਕੰਸੀਡਰਡ ਦਾ NPT ਐਜ਼ ਡਿਸਕ੍ਰੀਮੀਨੇਟਰੀ ਐਂਡ ਰਿਫਿਊਜ਼ ਟੂ ਸਾਈਨ ਇਟ। ਤਾਂ ਇੰਡੀਆ ਨੇ ਹਮੇਸ਼ਾ ਹੀ ਇਹਨੂੰ NPT ਨੂੰ ਡਿਸਕ੍ਰੀਮੀਨੇਟਰੀ, ਭੇਦਭਾਵ ਵਾਲੀ ਟਰੀਟੀ ਦਰਸਾਇਆ ਗਾ, ਅਤੇ ਇਸੇ ਕਰਕੇ ਇਹਦੇ 'ਤੇ ਸਾਈਨ ਕਰਨ ਤੋਂ ਹਮੇਸ਼ਾ ਨਾਂਹ ਕੀਤੀ ਹੈ। ਠੀਕ ਹੈ ਜੀ। ਇਹ ਸੀਗੀ ਇੰਡੀਆ ਦੀ ਨਿਊਕਲੀਅਰ। ਵੈਸੇ ਇੰਡੀਆ ਦੀ ਨਿਊਕਲੀਅਰ ਪਾਲਿਸੀ ਦੇ ਅਧੀਨ ਇਹ ਵੀ ਚੀਜ਼ ਹੈਗੀ ਹੈ ਕਿ ਇੰਡੀਆ ਨੇ ਨੋ ਫਸਟ ਯੂਜ਼ ਪਾਲਿਸੀ ਅਪਣਾਈ ਹੋਈ ਹੈ। ਇੰਡੀਆ ਕਹਿੰਦਾ ਮੈਂ ਕਦੇ ਵੀ ਪਹਿਲੀ ਵਾਰ ਕਿਸੇ 'ਤੇ ਨਿਊਕਲੀਅਰ ਅਟੈਕ ਨਹੀਂ ਕਰੂੰਗਾ। ਜੇ ਮੇਰੇ 'ਤੇ ਅਟੈਕ ਹੋਊਗਾ ਨਿਊਕਲੀਅਰ ਅਟੈਕ, ਤਾਂ ਮੈਂ ਉਹਦੀ ਜਵਾਬੀ ਕਾਰਵਾਈ 'ਚ ਨਿਊਕਲੀਅਰ ਅਟੈਕ ਕਰ ਸਕਦਾ ਗਾ। ਵੈਸੇ ਨੋ ਫਸਟ ਯੂਜ਼ ਪਾਲਿਸੀ ਚਾਈਨਾ ਦੀ ਵੀ ਹੈਗੀ। ਹਾਂਜੀ। ਤਾਂ ਇਹ ਸੀਗਾ ਬੱਚਿਓ ਆਪਣਾ ਇਹ ਪੂਰਾ ਚੈਪਟਰ। ਇਹ ਆਪਣਾ ਚੈਪਟਰ ਖਤਮ ਹੋ ਗਿਆ, ਅਤੇ ਇਹ ਬਹੁਤ ਆਸਾਨ ਚੈਪਟਰ ਸੀਗਾ ਵੀ, ਜਿਹੜੀ ਆਪਾਂ ਅੱਜ ਜਿਹੜਾ ਆਪਾਂ ਕੀਤਾ ਗਾ ਉਹ ਬਹੁਤ ਹੀ ਆਸਾਨ ਸੀ। ਉਹ ਆਪਣੇ ਚਾਈਨਾ ਨਾਲ ਰਿਲੇਸ਼ਨ ਸੀਗੇ, ਉਹ ਪਾਕਿਸਤਾਨ ਨਾਲ ਰਿਲੇਸ਼ਨ ਸੀਗੇ, ਉਹ ਆਪਣੀ ਨਿਊਕਲੀਅਰ ਪਾਲਿਸੀ ਸੀਗੇ। ਇਹ ਬਹੁਤ ਹੀ ਆਸਾਨ ਟੋਪਿਕ ਹੈ, ਇੱਥੋਂ ਤੁਸੀਂ ਵਧੀਆ ਨੰਬਰ ਗੇਨ ਕਰ ਸਕਦੇ ਹੋ ਜੇ ਤੁਹਾਨੂੰ ਸਵਾਲ ਆਉਂਦੇ ਹੈਗੇ। ਹਾਂਜੀ, ਬਟ ਤੁਸੀਂ ਨਕਸ਼ਾ ਬਣਾ ਕੇ ਜ਼ਰੂਰ ਦਿਖਾਉਣਾ ਗਾ। ਜੇ ਨਕਸ਼ਾ ਬਣਾ ਕੇ ਦਿਖਾਓਗੇ ਤਾਂ ਤੁਹਾਨੂੰ ਚੰਗੇ ਨੰਬਰ ਆਉਣਗੇ ਵੀ। ਹਾਂਜੀ ਬੱਚਿਓ, ਇੱਕ ਤੁਸੀਂ ਬੱਚਿਓ ਪੂਰੀ ਵੀਡੀਓ ਦੇਖਿਆ ਕਰੋ। ਜੇ ਕੋਈ ਦਿੱਕਤ ਆਉਂਦੀ ਹੈ, ਪਰੇਸ਼ਾਨੀ ਆਉਂਦੀ ਹੈ, ਕਮੈਂਟ ਦੇ ਵਿੱਚ ਦੱਸਿਆ ਕਰੋ, ਅਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ। ਥੈਂਕ ਯੂ ਵੈਰੀ ਮੱਚ।